सुखमणि सुख अमृत प्रभ नाम भगत जना के मन विसराम। वाहेगुरु जी का खालसा वाहेगुरु जी की फतेह। एक ओंकार सतगुर प्रसाद जिस वखर को लैन तू आया, जिस वखर को लैन तू आया, राम नाम संतन कर पाया, राम नाम संतन कर पाया। जिस वखर को अभिमान ले हो मन मोल, तज अभिमान ले हो मन मोल, राम नाम हृदय में तोले। राम नाम हृदय में तोले, रात खेत संत संग चाल, रात खेत संत संग चाल, त्याग बिखया जंजाल। अवर त्याग बिखया जंजाल। जिस वखर को लैन तू आया, जिस वखर को लैन तू आया, राम नाम संतन कर पाया, राम नाम संतन कर पाया। जिस वखर को लैन तू आया, जिस वखर को लैन तू आया। तन तन कहे सब कोए, तन तन कहे सब कोए, मुख उजल हर दरगाह सोए। मुख उजल हर दरगाह सोए, हे व्यापार विरला
को लैन तू आया। राम नाम संगत कर पाया। राम नाम संगत कर पाया। जिस वखर को लैन तू आया। जिस वखर को लैन तू आया। जिस वखर को, जिस वखर को, जिस वखर को लैन तू आया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਹੀ ਸੰਗਤਾਂ ਬੜੇ ਪਿਆਰ ਨਾਲ, ਸਤਿਕਾਰ ਨਾਲ ਸ਼ਬਦ ਕੀਰਤਨ ਦਾ ਆਨੰਦ ਮਾਰ ਰਹੀਆਂ ਹੋ। IIGS ਵੱਲੋਂ ਇਹ ਹਫ਼ਤਾਵਾਰੀ ਦੀਵਾਨ ਦੇ ਵਿੱਚ ਜੋ ਹਰ ਮਹੀਨੇ ਸੁਖਮਨੀ ਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਗਈ ਹੈ, ਉਸੇ ਦੀ ਲੜੀ ਦੇ ਵਿੱਚ ਦਾਸ ਨੂੰ ਵੀ ਹੁਕਮ ਹੋਇਆ ਸੀਗਾ ਆਪ ਜੀ ਦੇ ਨਾਲ ਬਾਣੀ ਦੀ ਵਿਚਾਰ ਸਾਂਝੀ ਕਰਨ ਵਾਸਤੇ। ਸੋ 15ਵਾਂ ਜਿਹੜਾ ਸ਼ਲੋਕ ਹੈ ਕਿ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਜਾ ਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ। ਅੱਗੇ ਅਸ਼ਟਪਦੀ ਦਾ 5ਵਾਂ ਜੋ ਪਦਾ ਹੈ ਉਹਦੀ ਆਓ ਵਿਚਾਰ ਕਰੀਏ ਰਲ ਕੇ। ਆਪ ਜੀ ਅਸੀਸ ਬਖਸ਼ੋ ਤਾਂ ਕਿ ਅਕਾਲ ਪੁਰਖ ਸੋਝੀ ਬਖਸ਼ਣ, ਗੁਰੂ ਸਾਹਿਬ ਸੋਝੀ ਬਖਸ਼ਣ ਔਰ ਇਹਨਾਂ ਦੀ ਬਾਣੀ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਤੋ ਆਓ ਆਪਾਂ ਵਿਚਾਰ ਸ਼ੁਰੂ ਕਰੀਏ। 15ਵੀਂ ਅਸ਼ਟਪਦੀ ਦਾ 5ਵਾਂ ਪਦਾ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਕਿ ਜਿਸ ਵਖਰ ਕਉ ਲੈਣ ਤੂੰ ਆਇਆ। ਜਿਸ ਸੌਦੇ ਨੂੰ ਲੈਣ ਵਾਸਤੇ ਇਹ ਪ੍ਰਾਣੀ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ। ਅਸੀਂ ਸੌਦਾ ਲੈਣ ਵਾਸਤੇ ਆਏ ਹਾਂ? ਇਹ ਕੀ ਗੱਲ? ਅਸੀਂ ਕਿਸ ਚੀਜ਼ ਦਾ ਸੌਦਾ ਲੈਣਾ ਹੈ? ਸਤਿਗੁਰੂ ਕਹਿੰਦੇ ਹਨ ਕਿ ਇਹ ਪ੍ਰਾਣੀ ਤੂੰ ਵੀ ਇੱਕ ਵਣਜਾਰਿਆਂ ਵਾਂਗੂ ਹੈ। ਵਣਜਾਰੇ ਕਿਸੇ ਜਗ੍ਹਾ ਤੇ ਜਾਂਦੇ ਹਨ ਵਪਾਰ ਕਰਨ ਵਾਸਤੇ, ਕੁਝ ਵੱਖਰ ਲੈ ਕੇ ਜਾਂਦੇ ਹਨ, ਕੁਝ ਸੌਦਾ ਲੈ ਕੇ ਆਉਂਦੇ ਹਨ, ਥੋੜ੍ਹੀ ਦੇਰ ਬਾਅਦ ਆ ਕੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਵੀ ਤੂੰ ਇਸ ਮਾਤ ਲੋਕ ਦੇ ਵਿੱਚ ਆਇਆ ਹੈ ਤੇ ਕੁਝ ਵਿਹਾਜਨ ਵਾਸਤੇ ਆਇਆ ਹੈ। ਸਵਾਸਾਂ ਦੀ ਪੂੰਜੀ ਤੇਰੇ ਕੋਲ ਹੈ ਤੇ ਕਿੱਥੇ ਕਿੱਥੇ ਤੂੰ ਕਿਸ ਤਰ੍ਹਾਂ ਖਰਚ ਕਰਨੀ ਹੈ ਉਹ ਗੁਰੂ ਤੈਨੂੰ ਦੱਸਦਾ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਸਾਰੇ ਪ੍ਰਾਣੀਆਂ ਨੂੰ ਵਣਜਾਰਾ ਮਿੱਤਰ ਕਿਹਾ ਹੈ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਐਡਰੈਸ ਕਰਦੇ ਹਨ ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤੀਜੇ ਪਹਿਰੇ ਰਹਿਣ ਕੇ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ। ਸੋ ਅਸੀਂ ਵਣਜਾਰੇ ਹਾਂ। ਜਦੋਂ ਹੀ ਸਾਡਾ ਜਨਮ ਹੁੰਦਾ ਹੈ ਉਸ ਤਰ੍ਹਾਂ ਹੀ ਲੈਣ ਦੇਣ ਸ਼ੁਰੂ ਹੋ ਜਾਂਦਾ ਹੈ, ਵਪਾਰ ਸ਼ੁਰੂ ਹੋ ਜਾਂਦਾ ਹੈ। ਬੱਚਾ ਨੂੰ ਸਾਹ ਚਾਹੀਦੇ ਹਨ, ਉਹ ਸਾਹ ਬਾਹਰ ਕੱਢਦਾ ਹੈ, ਲੈਂਦਾ ਹੈ, ਲੈਣ ਦੇਣ ਹੋ ਗਿਆ। ਉਹ ਕੁਝ ਸੁਣਦਾ ਹੈ, ਕੁਝ ਸੁਣਾਉਂਦਾ ਹੈ, ਕੁਝ ਬੋਲਦਾ ਹੈ, ਕੁਝ ਬੁਲਵਾਉਂਦਾ ਹੈ। ਜਿਉਂ ਅਸੀਂ ਵੱਡੇ ਹੁੰਦੇ ਹਾਂ ਇੱਕ ਦੂਜੇ ਨੂੰ ਅਸੀਂ ਇੱਜ਼ਤ ਦਿੰਦੇ ਹਾਂ, ਇੱਜ਼ਤ ਲੈਂਦੇ ਹਾਂ, ਈਰਖਾ ਦਿੰਦੇ ਹਾਂ, ਸਾਨੂੰ ਈਰਖਾ ਮਿਲਦੀ ਹੈ। ਲੈਣ ਦੇਣ ਇਹ ਸਾਰੇ ਸੰਸਾਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਚੱਲਿਆ ਹੀ ਰਹਿੰਦਾ ਹੈ। ਸੋ ਸਤਿਗੁਰੂ ਕਹਿੰਦੇ ਨੇ ਕਿ ਜਿਸ ਵਖਰ ਕੋ ਕਾਓ, ਇੱਥੇ ਅਕਸਰ ਮੇਰੇ ਕੋਲੋਂ ਮਿਸਟੇਕ ਹੁੰਦੀ ਹੈ, ਅਸੀਂ ਜਿਸ ਵਖਰ ਕੋ ਲੈਣ ਤੂੰ ਆਇਆ ਪੜ੍ਹ ਦਿੰਦੇ ਤੇ ਲਫ਼ਜ਼ ਕਾਓ ਹੈ ਔਰ ਕਈ ਵਾਰੀ ਕੱਕਾ ਊੜੇ ਨੂੰ ਔਂਕੜ ਆਉਣੀ ਹੈ। ਜਿਸ ਵਖਰ ਕਾਓ ਲੈਣ ਤੂੰ ਆਇਆ। ਸੋ ਸਤਿਗੁਰੂ ਕੋਲੋਂ ਪੁੱਛੇ ਵੀ ਸੱਚੇ ਪਾਤਸ਼ਾਹ ਜੀ ਵਖਰ ਕੀ ਹੈ? ਸੋ ਗੁਰੂ ਨਾਨਕ ਪਾਤਸ਼ਾਹ ਸ੍ਰੀ ਰਾਗ ਵਿੱਚ ਵਰਤਾਉਂਦੇ ਨੇ ਕਿ ਵਣਜ ਕਰੋ ਵਣਜਾਰਿਓ ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀਏ ਜੈਸੀ ਨਿਭੇ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਕਿਹੜੀ ਵਸਤ ਹੈ, ਕਿਹੜਾ ਵਖਰ ਹੈ? ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ।
ਲੈ ਚੱਲੋ, ਸ਼ਹਿ ਦੇਖੇ ਪਤਿਆਏ। ਹਰ ਜਸ ਹਰੀ ਦਾ ਜਸ, ਰਾਮ ਦਾ ਨਾਮ, ਅਕਾਲ ਪੁਰਖ ਦੇ ਗੁਣ, ਇਹ ਤੁਸੀਂ ਵਿਹਾਜਣੇ ਹਨ, ਇਹ ਅਸੀਂ ਵਿਹਾਜਣੇ ਹਨ ਜ਼ਿੰਦਗੀ ਦੇ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਜਸ ਵੱਖਰ ਲੈ ਚੱਲੋ। ਇੱਥੇ ਕਿਹਾ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ, ਵੱਖਰ ਕੀ ਹੈ? ਹਰ ਜਸ ਲੈਣ ਤੂੰ ਆਇਆ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੋ ਕਾਹੇ ਜਗ ਆਏ ਰਾਮ ਰਾਜੇ। ਉਹ ਵੱਖਰ ਕੀ ਹੈ? ਜਿਸ ਵੱਖਰ ਵਾਸਤੇ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਾਣੀ ਤੂੰ ਲੈਣ ਆਇਆ ਹੈ, ਉਹ ਵੱਖਰ ਹੈ ਰਾਮ ਨਾਮ, ਰਮੇ ਹੋਏ ਅਕਾਲ ਪੁਰਖ ਦਾ ਨਾਮ। ਨਾਮ ਮੀਨਸ ਉਹਦੇ ਗੁਣ, ਉਹਦੇ ਵਰਚੂਜ਼, ਉਹਦੀ ਕੁਆਲਿਟੀਜ਼, ਉਹਨਾਂ ਦਾ ਤੂੰ ਵਪਾਰ ਕਰਨਾ ਹੈ, ਉਹਨਾਂ ਨੂੰ ਤੂੰ ਗ੍ਰਹਿਣ ਕਰਨਾ ਹੈ। ਤੇ ਹਰ ਚੀਜ਼ ਨੂੰ ਲੈਣ ਵਾਸਤੇ ਕੋਈ ਨਾ ਕੋਈ ਪਰਟੀਕੂਲਰ ਜਗ੍ਹਾ ਹੁੰਦੀ ਹੈ। ਜੇ ਕਿਸੇ ਨੇ ਸੋਨਾ ਲੈਣਾ ਤੇ ਸੁਨਿਆਰ ਦੀ ਦੁਕਾਨ ਤੇ ਜਾਣਾ ਹੈ, ਹੀਰੇ ਲੈਣਾ ਤੇ ਜੋਹਾਰੀ ਦੇ ਕੋਲ ਜਾਣਾ ਹੈ, ਲੋਹਾ ਲੈਣਾ ਤੇ ਲੋਹਾਰ ਕੋਲ ਜਾਣਾ ਹੈ, ਜੇ ਕੱਪੜੇ ਲੈਣੇ ਤੇ ਬਜਾਜੀ ਦੀ ਦੁਕਾਨ ਤੇ ਜਾਣਾ। ਸੋ ਹਰ ਇੱਕ ਚੀਜ਼ ਦੀ, ਮਰਚੈਂਡਾਈਜ਼ ਦੀ, ਵੱਖਰ ਦੀ ਆਪਣੀ ਆਪਣੀ ਇੱਕ ਜਗ੍ਹਾ ਹੁੰਦੀ ਹੈ। ਸੋ ਰਾਮ ਨਾਮ ਕਿੱਥੋਂ ਮਿਲਦਾ ਹੈ? ਸਤਿਗੁਰੂ ਕਹਿੰਦੇ ਹਨ ਕਿ ਰਾਮ ਨਾਮ ਜਿਹਦਾ ਤੂੰ ਵੱਖਰ ਲੈਣ ਵਾਸਤੇ ਆਇਆ, ਅਕਾਲ ਪੁਰਖ ਦੇ ਜਿਹੜੇ ਗੁਣ ਹਨ, ਸੰਤਨ ਘਰ ਪਾਇਆ। ਸੰਤਨ ਬਹੁਵਚਨ ਹੈ, ਗੁਰਮੁਖ ਜਨ, ਪਿਆਰੇ ਜਨ, ਰੱਬ ਦੇ ਪਿਆਰੇ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਘਰ ਵਿੱਚੋਂ ਮਿਲਦਾ ਹੈ। ਉਹਨਾਂ ਦਾ ਘਰ ਕਿੱਥੇ ਹੈ? ਗੁਰਮੁਖਾਂ ਦਾ ਘਰ ਹੈ, ਗੁਰੂ ਦੀ ਸੰਗਤ ਜਿੱਥੇ ਗੁਰੂ ਬਿਰਾਜਮਾਨ ਹੈ, ਉੱਥੇ ਜਾ ਕੇ ਤੈਨੂੰ ਰਾਮ ਨਾਮ ਸੰਤਨ ਘਰ ਪਾਇਆ। ਉੱਥੇ ਜਾ ਕੇ ਇਹ ਗੁਣ ਸਾਨੂੰ ਜੋ ਹੈ ਮਿਲਦੇ ਹਨ। ਸੋ ਹਰ ਚੀਜ਼ ਨੂੰ ਲੈਣ ਵਾਸਤੇ ਕੁਛ ਨਾ ਕੁਛ ਦੇਣਾ ਪੈਂਦਾ ਹੈ, ਵਪਾਰ ਹੈ, ਕਿਉਂਕਿ ਵਪਾਰ ਹੈ ਨਾ, ਕੁਛ ਦੇਵਾਂਗੇ ਤੇ ਲਵਾਂਗੇ। ਪਰ ਅਸੀਂ ਕਹਿੰਦੇ ਅਸੀਂ ਸੰਗਤ ਵਿੱਚ ਜਾਂਦੇ ਹਾਂ, ਬੜਾ ਉੱਥੇ ਜਾ ਕੇ ਪੈਸੇ ਵੀ ਦਿੰਦੇ ਹਾਂ, ਅਸੀਂ ਡੋਨੇਸ਼ਨ ਵੀ ਕਰਦੇ ਹਾਂ, ਅਸੀਂ ਲੰਗਰ ਵੀ ਕਰਵਾ ਦਿੰਦੇ ਹਾਂ, ਪਰ ਸਾਨੂੰ ਤੇ ਰਾਮ ਦਾ ਨਾਮ ਦਾ ਵੱਖਰ ਮਿਲਿਆ ਨਹੀਂ ਹੈ। ਸੋ ਸਤਿਗੁਰੂ ਕਹਿੰਦੇ ਨੇ ਕਿ ਇਹਦੇ ਵਾਸਤੇ ਦੁਨੀਆ ਦੀ ਕਰੰਸੀ ਨਹੀਂ ਚਾਹੀਦੀ। ਇਸ ਵੱਖਰ ਨੂੰ ਕੋਈ ਗਰੀਬ ਤੋਂ ਗਰੀਬ, ਮਿਡਲ ਕਲਾਸ ਬੰਦਾ, ਅਮੀਰ, ਬਹੁਤ ਅਮੀਰ, ਬਿਲੀਅਨਰ ਵੀ ਲੈ ਸਕਦਾ, ਕੋਈ ਵੀ ਲੈ ਸਕਦਾ ਇਸ ਚੀਜ਼ ਨੂੰ। ਤੇ ਲੈਣ ਦਾ ਤਰੀਕਾ ਕੀ ਹੈ? ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਇਸ ਵੱਖਰ ਨੂੰ ਸੰਤਾਂ ਦੇ ਘਰ ਵਿੱਚ ਲੈਣ ਵਾਸਤੇ, ਗੁਰੂ ਦੇ ਘਰ ਵਿੱਚੋਂ ਲੈਣ ਵਾਸਤੇ, ਤਜ ਅਭਿਮਾਨ, ਇਰੈਡੀਕੇਟ ਯੂਰ ਈਗੋ, ਲੈਟ ਯੂਰ ਈਗੋ ਗੋ ਅਵੇ। ਅਭਿਮਾਨ ਦੂਰ ਕਰਨਾ ਹੈ। ਦੈਨ ਲੇਹੋ, ਇਹਨਾਂ ਗੁਣਾਂ ਨੂੰ ਲੈ ਲਵੋ। ਪਰ ਇੱਕ ਤੇ ਇਹ ਚੀਜ਼ ਛੱਡ ਕੇ ਗੁਣ ਲੈਣ ਵਾਸਤੇ ਲੇਹੋ ਮਨ ਮੋਲ, ਆਪਣਾ ਮਨ ਦੇ ਦਿਓ, ਮਨ ਅਰਪਣ ਕਰ ਦਿਓ, ਭੇਟਾ ਕਰ ਦਿਓ। ਸਤਿਗੁਰੂ ਕਹਿੰਦੇ ਹਨ ਕਿ ਕੰਚਨ ਸਿਉ ਪਾਈਏ ਨਹੀਂ ਤੋਲ। ਪੈਸਿਆਂ ਦੇ ਨਾਲ ਨਹੀਂ ਮਿਲਦਾ ਰੱਬ, ਮਨ ਦੇ। ਰਾਮ ਲਿਆ ਹੈ ਮੋਲ, ਮਨ ਦੇਣਾ ਪੈਂਦਾ ਹੈ। ਇੱਥੇ ਤੇ ਮਨ ਵੇਚੈ ਸਤਿਗੁਰ ਕੇ ਪਾਸ, ਮਨ ਵੇਚਣਾ ਪੈਂਦਾ ਹੈ ਇੱਥੇ ਤਾਂ। ਸੋ ਭਗਤ ਰਵਿਦਾਸ ਜੀ ਦੀ ਮਾਂ ਇੱਕ ਦਿਨ ਆਪਣੇ ਘਰ ਕੰਮ ਕਰ ਰਹੀ ਆ। ਭਗਤ ਰਵਿਦਾਸ ਜੀ ਵਿਹੜੇ 'ਚ ਬੈਠੇ ਹੋਏ ਕੰਮ ਕਰ ਰਹੇ ਹਨ, ਜੁੱਤੀਆਂ ਗੰਢ ਰਹੇ ਹਨ, ਨਾਲ ਨਾਲ ਕਹਿ ਰਹੇ ਹਨ ਕਿ ਚਿਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਨ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਤ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮਾਂ ਆਈ, ਕਹਿੰਦੇ ਰਵਿਦਾਸ ਤੂੰ ਬਾਹਰ ਵਿਹੜੇ ਵਿੱਚ ਬੈਠਾ ਹੈ, ਰੱਬ ਦੀ ਉਸਤਤ ਕਰ ਰਿਹਾ ਤੂੰ, ਇਹ ਕਲਾਮ ਗਾ ਰਿਹਾ ਹੈ, ਇਹ ਬਾਣੀ ਪੜ੍ਹ ਰਿਹਾ ਤੂੰ। ਵੇਖੀ ਕਿਤੇ ਉੱਚ ਜਾਤੀ ਦੇ ਲੋਕਾਂ ਦੇ ਕੰਨਾਂ ਵਿੱਚ ਇਹ ਗੱਲ ਨਾ ਪੈ ਜਾਵੇ ਨੀਵੀਂ ਜਾਤ ਦਾ ਚਮਾਰ ਰਵਿਦਾਸ ਇਹ ਰੱਬ ਦੀ ਉਸਤਤ ਕਰ ਰਿਹਾ, ਦੇਖੀ ਤੈਨੂੰ ਕਿਤੇ ਮਾਰ ਨਾ ਦੇਣ, ਤੈਨੂੰ ਡਰ ਨਹੀਂ ਲੱਗਦਾ ਤੈਨੂੰ? ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮਾਂ ਡਰ ਤੇ ਲੱਗਦਾ ਹੈ ਮੈਨੂੰ, ਤੇ ਫਿਰ ਕਹਿੰਦੇ ਤੂੰ ਰਾਮ ਦਾ ਨਾਮ ਛੱਡ ਕਿਉਂ ਨਹੀਂ ਦਿੰਦਾ? ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਇਸ ਕਰਕੇ ਨਹੀਂ ਡਰਦਾ ਕਿ ਲੋਕੀ ਮੈਨੂੰ ਮਾਰ ਦੇਣਗੇ, ਮੈਂ ਇਸ ਕਰਕੇ ਡਰਦਾ ਕਿ ਮੇਰਾ ਪਿਆਰ, ਜਿਹੜਾ ਗੁਣ ਹਨ ਮੇਰੇ ਕੋਲ ਰੱਬ ਦੇ, ਜਿਹੜੇ ਕਿ ਮੈਂ ਬੜੇ ਮਹਿੰਗੇ ਲਏ ਹਨ, ਉਹਦਾ ਪਿਆਰ, ਉਹਦੀ ਪ੍ਰੀਤ ਬੜੀ ਮਹਿੰਗੀ ਲਈ ਹੈ, ਕਿਤੇ ਇਹ ਨਾ ਖਤਮ ਹੋ ਜਾਵੇ। ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਕੀ ਹੋ ਗਿਆ ਜੇ ਮੇਰੇ ਤਨ ਦੇ ਟੁਕੜੇ ਵੀ ਕਰ ਦੇਗਾ ਕੋਈ? ਪਰ ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਨ, ਮੈਨੂੰ ਡਰ ਲੱਗਦਾ ਕਿ ਮੇਰਾ ਪ੍ਰੇਮ ਨਾ ਇੱਥੋਂ ਚਲਾ ਜਾਏ, ਕਿਉਂਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ,
ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਮਤਾ ਮੇਰੀ ਪ੍ਰੀਤ ਮੇਰੇ ਪਿਆਰੇ ਨਾਲ ਘਟ ਜਾਵੇ, ਮੈਂ ਬੜੀ ਮਹਿੰਗਾ ਸੌਦਾ ਲਿਆ ਆ। ਜੀ ਸਟੇ ਮਾਂ, ਮੈਂ ਜਿੰਦ ਦੇ ਕੇ ਅਕਾਲ ਪੁਰਖ ਆਪਣੇ ਪਿਆਰੇ ਦੀ ਪ੍ਰੀਤ ਲਈ ਹੈ। ਮਾਂ ਕਹਿੰਦੀ ਫਿਰ ਤੇ ਬੜਾ ਸਸਤਾ ਸੌਦਾ ਹੈ। ਜਿੰਦ ਦਿਓ ਰੱਬ ਲੈ ਲਓ, ਜਿੰਦ ਦਿਓ ਰੱਬ ਦੀ ਪ੍ਰੀਤ ਲੈ ਲਓ, ਜਿੰਦ ਦਿਓ ਗੁਣ ਲੈ ਲਓ, ਤੇ ਬੜਾ ਸਸਤਾ ਸੌਦਾ। ਭਗਤ ਰਾਮਦਾਸ ਜੀ ਕਹਿੰਦੇ ਨਹੀਂ, ਸਸਤਾ ਸੌਦਾ ਨਹੀਂ ਹੈ। ਮੈਂ ਜਿੰਦ ਦੇ ਕੇ ਆਪਣੇ ਪਿਆਰੇ ਦੀ ਪ੍ਰੀਤ ਲਈ ਹੈ, ਤੇ ਜਿਹੜੀ ਮੇਰੀ ਪ੍ਰੀਤ ਘਟ ਗਈ, ਚਲੀ ਗਈ, ਤੇ ਮੇਰੇ ਕੋਲ ਤੇ ਹੋਰ ਜਿੰਦ ਵੀ ਨਹੀਂ ਹੈਗੀ ਜਿਹਦੇ ਬਦਲੇ ਮੈਂ ਫਿਰ ਉਹਦਾ ਪ੍ਰੀਤ ਲੈ ਲਵਾਂ। ਮੇਰੇ ਕੋਲ ਤੇ ਇੱਕੋ ਹੀ ਜਿੰਦ ਹੈ, ਮੈਂ ਉਹੀ ਅਰਪਣ ਕਰ ਦਿੱਤੀ ਹੈ। ਤੇ ਉਹਦੇ ਵਿੱਚੋਂ ਜਿਹੜੀ ਪ੍ਰੀਤ ਚਲੀ ਗਈ ਤੇ ਫਿਰ ਮੈਂ ਕੀ ਕਰਾਂਗਾ। ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਕਟੇ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਜਿੰਦ ਦੇ ਕੇ ਲਿਆ ਹੈ, ਇਹ ਕੋਈ ਸਸਤਾ ਸੌਦਾ ਨਹੀਂ ਹੈ। ਤਜ ਅਭਿਮਾਨ ਲਿਹੋ ਮਨ ਮੋਲ, ਮਨ ਦੇਣਾ ਪੈਂਦਾ ਹੈ ਰੱਬ ਨੂੰ। ਫਿਰ ਜਦੋਂ ਰੱਬ ਨੂੰ, ਗੁਰੂ ਨੂੰ ਮਨ ਦੇ ਦਿੱਤਾ, ਫਿਰ ਮਨ ਦੀ ਆਪਣੀ ਮਰਜ਼ੀ ਨਹੀਂ ਚੱਲ ਸਕਦੀ। ਮਨ ਦੇ ਨਾਲ ਅਸੀਂ ਕਿਸੇ ਨੂੰ ਧੋਖਾ ਨਹੀਂ ਦੇ ਸਕਦੇ, ਬੁਰਾ ਨਹੀਂ ਸੋਚ ਸਕਦੇ, ਕਿਸੇ ਨੂੰ ਬੁਰਾ ਕਹਿ ਨਹੀਂ ਸਕਦੇ। ਮਨ ਦੇ ਪਿੱਛੇ ਨਹੀਂ ਤਰਾਂਗੇ, ਕਿਉਂਕਿ ਮਨ ਵਿੱਚ ਹੈ ਸਤਿਗੁਰ ਕੇ ਪਾਸ। ਤਜ ਅਭਿਮਾਨ ਲਿਹੋ ਮਨ ਮੋਲ, ਫਿਰ ਰਾਮ ਨਾਮ ਹਰੀ ਦੇ ਗੁਣ ਹਿਰਦੇ ਮੈਂ ਤੋਲ। ਹਮੇਸ਼ਾ ਹਿਰਦੇ ਵਿੱਚ ਹੀ ਉਹਨਾਂ ਦੀ ਪਰਖ ਕਰਕੇ ਅੰਦਰ ਰੱਖਣਾ ਹੈ, ਉਹਨਾਂ ਨੂੰ ਜਾਣ ਨਹੀਂ ਦੇਣਾ ਹੈ ਕਿਤੇ। ਤੇ ਜਿਹੜੀ ਚੀਜ਼ ਮਹਿੰਗੀ ਹੁੰਦੀ ਹੈ, ਉਹਨੂੰ ਬੜੀ ਸੰਭਾਲ ਕਰਨੀ ਪੈਂਦੀ ਹੈ ਉਸ ਚੀਜ਼ ਨੂੰ, ਕਿਤੇ ਉਹ ਕਿਸੇ ਨੂੰ ਕੋਈ ਚੋਰ ਨਾ ਲੈ ਜਾਵੇ ਉਸ ਚੀਜ਼ ਨੂੰ। ਇਸ ਕਰਕੇ ਜਦੋਂ ਇਹ ਸੋਹਣਾ ਅਮੁੱਲ ਗੁਣ, ਇਹ ਜਿਹੜੇ ਗੁਣ ਖਰੀਦੇ ਹਨ ਮੁੱਲ ਦੇ ਕੇ, ਬੜੇ ਅਮੁੱਲਕ ਹਨ, ਇਹਦੀ ਸੰਭਾਲ ਵੀ ਕਰਨੀ ਪੈਂਦੀ ਹੈ ਕਿ ਚੋਰ ਚੱਕਾ ਲੈ ਨਾ ਜਾਏ। ਕਿਉਂਕਿ ਗੁਣ ਅਸੀਂ ਹਿਰਦੇ ਦੇ ਵਿੱਚ ਧਾਰਨ ਕੀਤੇ ਹਨ, ਹਿਰਦੇ ਵਿੱਚ ਉਹਨਾਂ ਨੂੰ ਤੋਲਿਆ ਹੈ। ਪਰ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਉਹ ਕੀ ਕਰਦੇ ਨੇ ਕਿ ਅੰਮ੍ਰਿਤ ਲੂਟੇ, ਮਨਮੁਖ ਨਹੀਂ ਬੂਝੇ, ਕੋ ਨਾ ਸੁਪਨੇ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਉਹ ਪੰਜ ਚੋਰ ਕਿਤੇ ਤੈਨੂੰ ਲੁੱਟ ਕੇ ਨਾ ਲੈ ਜਾਣ। ਖਜ਼ਾਨੇ ਨੂੰ ਸੰਭਾਲਣਾ ਪੈਂਦਾ ਹੈ, ਕੱਲੇ ਨਾ ਜਾ। ਤੇ ਕੀ ਕਰ, ਲਾਦ ਖੇਪ, ਗੁਣਾ ਦੇ ਖੇਪ ਨੂੰ, ਗੁਣਾ ਦੇ ਸੌਦੇ ਨੂੰ, ਗੁਣਾ ਦੇ ਮਰਚੈਂਡਾਈਜ਼ ਨੂੰ ਸੰਤੈ ਸੰਗ ਚਾਲ। ਗੁਰਮੁਖਾਂ ਦੀ ਸੰਗਤ ਵਿੱਚ ਚੱਲ, ਇਕੱਲਾ ਨਾ ਚੱਲ। ਤੇ ਜੇ ਕਿਤੇ ਹੰਕਾਰ ਆ ਕੇ ਉਹਨੂੰ ਲੁੱਟਣਾ ਵੀ ਚਾਹੀਦਾ, ਗੁਰਮੁਖਾਂ ਦੀ ਸੰਗਤ ਵਿੱਚ ਤੇਰਾ ਹੰਕਾਰ ਉਸੇ ਵੇਲੇ ਦੂਰ ਹੋ ਜਾਏਗਾ। ਜੇ ਕੋਈ ਕਾਮ ਆ ਗਿਆ, ਕ੍ਰੋਧ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ, ਪਰ ਜਦੋਂ ਸੰਤਾਂ ਦੀ, ਗੁਰਮੁਖਾਂ ਦੀ, ਗੁਰੂ ਦੀ ਸੰਗਤ ਵਿੱਚ ਰਹੇਗਾ, ਇਹ ਖਜ਼ਾਨਾ ਫਿਰ ਕੋਈ ਲੁੱਟ ਨਹੀਂ ਸਕੇਗਾ। ਲਾਦ ਖੇਪ, ਲੱਦ ਕੇ ਚੱਲ ਇਸ ਗੁਣਾ ਦੇ ਖਜ਼ਾਨੇ ਨੂੰ, ਖੇਪ ਨੂੰ, ਸੌਦੇ ਨੂੰ, ਇਸ ਵੱਖਰ ਨੂੰ। ਸੰਤੈ ਸੰਗ ਚਾਲ, ਗੁਰਮੁਖਾਂ ਦੀ ਸੰਗਤ ਦੇ ਵਿੱਚ ਜੋ ਗੁਰੂ ਦੀ ਸੰਗਤ ਕਰ ਰਹੀਆਂ, ਉਹਨਾਂ ਦਾ ਆਪਣੇ ਜੀਵਨ ਨੂੰ ਵਿਚਾਰ। ਅਵਰ ਤਿਆਗ ਵਿਖਿਆ ਜੰਜਾਲ। ਹੋਰ ਜੋ ਜ਼ਿੰਦਗੀ ਦੇ ਵਿੱਚ ਰਿਚੁਅਲਸ ਹਨ, ਤੀਰਥਾਂ ਤੇ ਜਾਣਾ, ਵਰਤ ਰੱਖਣੇ, ਸਰੀਰ ਨੂੰ ਕਸ਼ਟ ਦੇਣੇ, ਇਤਿਆਦਿਕ ਸਾਰੇ ਜੰਜਾਲ ਛੱਡ ਦੇ, ਔਗੁਣ ਸਾਰੇ ਛੱਡ ਦੇ। ਫਿਰ ਜਦੋਂ ਤੂੰ ਇਸ ਤਰ੍ਹਾਂ ਕਰੇਗਾ, ਫਿਰ ਧੰਨ ਧੰਨ ਕਹੈ ਸਭ ਕੋਈ। ਹਰ ਬੰਦਾ ਤੇਰੇ ਬਾਰੇ ਇਹੀ ਕਹੇਗਾ ਵੀ ਦੇਖੋ ਜੀ, ਉਹ ਤੇ ਰੱਬ ਵਰਗਾ ਹੀ ਬਣ ਗਿਆ, ਉਹਦੇ ਅੰਦਰੋਂ ਰੱਬ ਹੀ ਹਨ, ਉਹ ਰੱਬ ਦੀ ਹੀ ਗੱਲ ਕਰਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚੋਂ ਰੱਬ ਹੀ ਪ੍ਰਤੀਤ ਹੁੰਦਾ ਹੈ। ਹਰ ਜਣਾ ਉਹਨੂੰ ਧੰਨ ਧੰਨ ਕਹੈ ਸਭ ਕੋਈ। ਸੋ ਜੇ ਕੋਈ ਨਿੰਦਾ ਵੀ ਕਰੂਗਾ ਨਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਜਣਾ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਇਹ ਗੁਣ ਜੋ ਉਹਨੇ ਹੈ ਕਿ ਮੈਂ ਰੱਬ ਦੇ ਗੁਣ ਸੰਗ੍ਰਹਿਣ ਕੀਤੇ ਹਨ, ਇਹ ਨਹੀਂ ਗਵਾਉਂਦਾ, ਆਦਤ ਨਹੀਂ ਛੱਡਦਾ, ਕਿਉਂਕਿ ਉਹਨਾਂ ਦੇ ਗੁਣ ਅਮੁੱਲਕ ਚੀਜ਼ ਮਿਲ ਗਈ ਹੈ। ਹੂ ਕੇਅਰਸ, ਕੋਈ ਉਹਦੀ ਨਿੰਦਿਆ ਵੀ ਕਰਦਾ, ਪਰ ਜਨਰਲੀ ਧੰਨ ਧੰਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ। ਤੁਹਾਡਾ ਜਿਹੜਾ ਫੇਸ ਹੈਗਾ, ਇਹ ਪ੍ਰਾਣੀ ਹਮੇਸ਼ਾ ਉਜਲਾ ਰਹੇਗਾ, ਬੇਦਾਗ ਨਹੀਂ ਹੋਏਗਾ। ਤੇ ਦਰਗਾਹ ਸੋਏ, ਇਹਨੂੰ ਮੈਂ ਪ੍ਰੋਨਾਉਂਸ ਦਰਗਾਹ ਕਰ ਰਿਹਾ ਹਾਂ, ਦਰਗਾਹ ਨਹੀਂ ਕਰ ਰਿਹਾ। ਦੱਦਾ ਰਾਰਾ ਗੱਗਾ ਹਾਹਾ ਉਹ ਫਾਰਸੀ ਦਾ ਲਫ਼ਜ਼ ਹੈ, ਤੇ ਫਾਰਸੀ ਦੇ ਵਿੱਚ ਹਾਹਾ ਜਿਹੜਾ ਹੁੰਦਾ ਹੈ, ਉਹ ਕੰਨਾਂ ਦੀ ਆਵਾਜ਼ ਦਿੰਦਾ ਹੈ। ਦਰਗਾਹ ਇਸੇ ਤਰ੍ਹਾਂ ਹੀ ਅੱਲਾਹ, ਐੜਾ ਲੱਲਾ ਹਾਹਾ, ਪਰ ਫਾਰਸੀ ਦੇ ਵਿੱਚ ਹਾਹਾ ਜਿਹੜਾ ਹੈਗਾ ਕੰਨੇ ਦੀ ਸਾਊਂਡ ਦਿੰਦਾ, ਅੱਲਾਹ। ਤੇ ਇਸੇ ਤਰ੍ਹਾਂ ਹੀ ਹੈਗਾ ਪਨਾ, ਪੱਪਾ ਨੰਨਾ ਹਾਹਾ ਹਾਹਾ, ਜਿਹੜਾ ਹੈਗਾ ਫਾਰਸੀ ਦੇ ਵਿੱਚ
ਕੰਨੇ ਦੀ ਸੌਣ ਕਹਿੰਦਾ ਪਨਾਹ। ਸੋ ਇਹ ਤਿੰਨ ਜਿਹੜੇ ਸ਼ਬਦ ਗੁਰਬਾਣੀ ਵਿੱਚ ਆਏ ਗਏ ਨੇ, ਸਤਿਗੁਰੂ ਨੇ ਹੂ ਬਹੂ ਉਹੀ ਸਪੈਲਿੰਗ ਇਹਦੇ ਵਿੱਚ ਦੱਸ ਦਿੱਤੇ ਹੈ, ਦਰਗਾਹ, ਪਨਾਹ, ਅੱਲਾਹ। ਤੇ ਅਸੀਂ ਇਹ ਨਹੀਂ ਕਹਿੰਦੇ ਵੀ ਜਿੱਦਾਂ ਲਿਖਿਆ ਉਦਾਂ ਹੀ ਪ੍ਰੋਨਾਉਂਸ ਕਰਨਾ, ਵੀ ਨਹੀਂ। ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਕਨੋ ਲਿਖਣ ਨੂੰ ਆਉਂਦਾ, ਪਰ ਪ੍ਰੋਨਾਉਂਸ ਅਸੀਂ ਤਾਂ ਨੋ ਕਰਦੇ ਹਾਂ, ਕਿਉਂਕਿ ਕਰੈਕਟ ਪ੍ਰੋਨਾਉਂਸੀਏਸ਼ਨ ਹੀ ਇਹ ਹੈ। ਕਨੋਲੇਜ ਆਉਂਦਾ, ਅਸੀਂ ਕਨੋਲੇਜ ਨਹੀਂ ਕਹਿੰਦੇ, ਅਸੀਂ ਨੌਲੇਜ ਕਹਿੰਦੇ ਹਾਂ। ਸੋ ਆਓ ਇੱਧਰ ਫੋਕਸ ਕਰੀਏ ਅਸੀਂ। ਸੋ ਮੁਖ ਉਜਲ ਹਰ ਦਰਗਾਹ ਸੋਏ। ਦਰਗਾਹ ਮੀਨਸ ਇਹ ਸੰਸਾਰ, ਇਹ ਜਗ ਸੱਚੇ ਕੀ ਹੈ ਕੋਠੜੀ। ਰੱਬ ਦੀ ਦਰਗਾਹ ਕਿੱਥੇ ਹੈ? ਜਿੱਥੇ ਰੱਬ ਆਪ ਹੈ। ਜਿੱਥੇ ਰੱਬ ਹੈ ਉੱਥੇ ਉਹਦੀ ਦਰਗਾਹ ਹੈ। ਤੇ ਰੱਬ ਕਿੱਥੇ ਹੈ? ਵੀ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਹਰ ਇੱਕ ਸਰੀਰ ਦੇ ਵਿੱਚ, ਹਰ ਇੱਕ ਜ਼ਰੇ ਦੇ ਵਿੱਚ ਰੱਬ ਹੈ। ਤੇ ਨਾਲ ਨਾਲ ਉਹਦੀ ਕਚਹਿਰੀ ਵਿੱਚ ਸਾਡੇ ਚੰਗੇ ਮਾੜੇ ਕਰਮਾਂ ਦਾ ਫੈਸਲਾ ਹੁੰਦਾ ਜਾਂਦਾ ਹੈ। ਪਰ ਜਦ ਅਸੀਂ ਗੁਣ ਗ੍ਰਹਿਣ ਕਰ ਲੈਂਦੇ ਹਾਂ ਤਾਂ ਸਾਡਾ ਮੁਖ ਉਜਲ ਰਹਿੰਦਾ ਹੈ। ਮੁਖ ਉਜਲ ਹਰ ਦਰਗਾਹ ਸੋਏ। ਪਰ ਇਹ ਗੁਣਾਂ ਦਾ ਵਪਾਰ ਕੋਈ ਵਿਰਲਾ ਹੀ ਕਰਦਾ ਹੈ, ਕਿਉਂਕਿ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ ਜਿਹੜੇ ਕਰਦੇ ਹਨ ਉਹ ਵੀ ਅਮੁੱਲ ਹਨ। ਪਰ ਲੋਕ ਔਗਣਾ ਕੀ ਬੰਨੇ ਗੰਠੜੀ, ਦੁੱਖ ਨਾ ਵਿਹਾਜੇ ਕੋਏ। ਔਗੁਣ ਨਾ ਵਿਹਾਜੇ ਕੋਏ। ਔਗਣ ਤੇ ਅਸੀਂ ਇਕੱਠੇ ਕਰੀ ਜਾਂਦੇ ਹਾਂ, ਪਰ ਗੁਣ ਨਹੀਂ ਇਕੱਠੇ ਕਰਦੇ ਅਸੀਂ। ਸੋ ਇਹ ਵਪਾਰ ਵਿਰਲਾ ਵਪਾਰ ਹੈ। ਕੋਈ ਵਿਰਲਾ ਹੀ ਹੈ ਜਿਹੜੇ ਇਸ ਗੁਣਾਂ ਦਾ ਵਪਾਰ ਕਰਦਾ ਹੈ। ਪਰ ਜਿਹੜੇ ਕਰਦੇ ਹਨ, ਪੰਚਮ ਪਾਤਸ਼ਾਹ ਕਹਿੰਦੇ ਹਨ ਕਿ ਨਾਨਕ ਤਾਕੈ, ਇੱਥੇ ਕੇ ਨਹੀਂ ਪੜਨਾ, ਤਾਕੈ ਸਦ ਬਲਿਹਾਰ ਹੈ। ਤੇ ਇੱਥੇ ਵਿਰਲ ਇਹ ਵਪਾਰ ਨਹੀਂ ਪੜਨਾ, ਵਾਪਾਰੈ ਦੁਲਾਵਾਂ ਦੇ ਨਾਲ ਪੜਨਾ ਹੈ। ਛੋਟੇ ਛੋਟੇ ਮਿਸਟੇਕ ਸਾਡੇ ਕੋਲ ਹੁੰਦੇ ਵੀ ਇਹ ਵਪਾਰ, ਇਹ ਜਿਹੜਾ ਗੁਣਾਂ ਦਾ ਵਪਾਰ ਹੈ ਵਿਰਲਾ ਵਪਾਰ ਹੈ। ਕੋਈ ਵਿਰਲਾ ਹੀ ਇਹਨੂੰ ਵਿਹਾਜਦਾ ਹੈ। ਤੇ ਜਿਹੜਾ ਵਿਹਾਜਦਾ ਹੈ, ਨਾਨਕ ਤਾਕੈ ਮੈਂ ਉਸ ਤੋਂ ਸਦ ਬਲਿਹਾਰੈ। ਇੱਥੇ ਵੀ ਦੁਲਾਵਾਂ ਦਾ ਪਾਠ ਜੋ ਹੈ ਕਰਨਾ ਹੈ। ਇਹ ਹੋਈ ਹੈ ਪੰਜਵੀਂ ਪਦਵੇ ਦੀ ਵਿਚਾਰ। ਅਗਲਾ ਜੋ ਹੈ ਪਦਾ ਆ ਰਿਹਾ ਹੈ, ਕਿਉਂਕਿ ਗੁਣ ਮਿਲਦੇ ਕਿੱਥੋਂ ਹਨ? ਗੁਰੂ ਦੇ ਕੋਲੋਂ। ਸੋ ਗੁਰੂ ਦੇ ਅੱਗੇ ਹੀ ਅਸੀਂ ਤਿਸ ਗੁਰ ਕੋ ਸਿਮਰੋ ਸਾਸ ਸਾਸ, ਜਿਨ ਗੁਰਮੁਖੋ ਦੀਨਾ ਜਿਓ, ਆਪਣਾ ਦਾਸਰਾ ਆਪੇ ਮੁੱਲ ਲਿਓ, ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਸੋ ਇੱਥੇ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਚਰਨ ਸਾਧ ਕੇ ਧੋਏ ਧੋਏ ਪੀਓ। ਸਾਧੂ ਦੇ ਚਰਨ, ਸਾਧੂ ਇੱਥੇ ਭਾਵ ਹੈ ਗੁਰੂ ਦੇ ਚਰਨ। ਗੁਰ ਕੇ ਚਰਨ ਹਿਰਦੇ ਉਰਤਾਰ। ਗੁਰੂ ਦੇ ਚਰਨ ਜਿਹੜੇ ਹਨ ਉਹਨਾਂ ਨੂੰ ਹੈ ਜੋ ਹੈ ਅਸੀਂ ਧੋ ਧੋ ਕੇ ਪੀਣਾ ਹੈ। ਹੁਣ ਇਹ ਵੀ ਇੱਕ ਮੁਹਾਵਰੇ ਵਜੋਂ ਹੈ। ਇਟਸ ਏ ਐਕਸਪ੍ਰੈਸ਼ਨ ਆਫ ਲਵ। ਯਾਰ ਮੈਂ ਤੇ ਤੇਰੇ ਚਰਨ ਧੋ ਧੋ ਕੇ ਪੀਆਂਗਾ। ਇਹ ਲਿਟਰਲ ਮੀਨਿੰਗ ਨਹੀਂ ਹੈ। ਗੁਰੂ ਦੇ ਚਰਨ ਕੀ ਹਨ? ਪੰਚਮ ਪਾਤਸ਼ਾਹੀ ਸਾਨੂੰ ਦਿੰਦੇ ਹਨ ਕਿ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਕੇ ਚਰਨ, ਗੁਰੂ ਕੇ ਸ਼ਬਦ ਹਨ। ਜਿਸ ਤਰ੍ਹਾਂ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਮਹਾਰਾਜ ਜੀ ਆਓ ਸਾਡੇ ਘਰ ਚਰਨ ਪਾਓ, ਇਹਦਾ ਇਹ ਮਤਲਬ ਨਹੀਂ ਹੈਗਾ ਵੀ ਅਸੀਂ ਉਹਨੂੰ ਕਹਿ ਰਹੇ ਵੀ ਤੂੰ ਆਪਣੇ ਪੈਰਾਂ ਨੂੰ ਚਰਨਾਂ ਨੂੰ ਭੇਜ ਦੇ, ਤੂੰ ਆਪ ਨਾ ਆ। ਅਸੀਂ ਉਹਨੂੰ ਕਹਿ ਰਹੇ ਹਾਂ ਵੀ ਤੁਹਾਡੇ ਸਰੀਰ ਦਾ ਸਭ ਤੋਂ ਨੀਵਾਂ ਅੰਗ ਜਿਹੜੇ ਪੈਰ ਹਨ ਉਹ ਵੀ ਸਾਡੇ ਵਾਸਤੇ ਕੀਮਤੀ ਹਨ। ਤੁਸੀਂ ਚਰਨ ਪਾਓ ਮੀਨਸ ਤੁਸੀਂ ਆਪ ਆ ਜਾਓ ਸਾਡੇ ਘਰ ਦੇ ਵਿੱਚ। ਸੋ ਇਸੇ ਤਰ੍ਹਾਂ ਹੀ ਗੁਰੂ ਦਾ ਸ਼ਬਦ ਜਦੋਂ ਹਿਰਦੇ ਘਰ ਵਿੱਚ ਆਉਂਦਾ ਹੈਗਾ ਆ, ਤੇ ਇਹਦਾ ਮਤਲਬ ਕਿ ਗੁਰੂ ਹੀ ਹਿਰਦੇ ਵਿੱਚ ਆ ਜਾਂਦਾ ਹੈ। ਗੁਰੂ ਕੇ ਚਰਨ ਉਹਦਾ ਸ਼ਬਦ ਹੈ। ਹਿਰਦੇ ਚਰਨ ਜਿਹਦਾ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਕਿ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਰੂਪ ਰਸਾਲ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਉਹਨੇ ਬੰਨ ਕੇ ਪੱਲਾ ਪਕੜਿਆ ਹੋਇਆ ਗੁਰੂ ਦੇ ਸ਼ਬਦ ਦਾ। ਤੇ ਐਕਸਪ੍ਰੈਸ਼ਨ ਆਫ ਲਵ ਹੁੰਦਾ ਆ ਕਿ ਚਰਨ ਸਾਧ ਕੇ ਧੋਏ ਧੋਏ ਪੀਓ। ਕਿਸ ਤਰ੍ਹਾਂ ਚਰਨ ਸਾਧ ਦੇ ਧੋਣੇ ਹਨ? ਗੁਰੂ ਦੇ ਧੋਣੇ ਹਨ ਕਿ ਅਰਪ ਸਾਧ ਕਹੋ, ਆਪਣਾ ਜੀਓ, ਗੁਰੂ ਨੂੰ ਆਪਣਾ ਆਪ ਅਰਪਣ ਕਰ ਦੇਣਾ ਹੈ। ਇਹੀ ਗੁਰੂ ਦੇ ਚਰਨ ਧੋ ਕੇ ਪੀਣੇ ਹਨ। ਅੱਗੇ ਫਿਰ ਆ ਜਾਂਦਾ ਕਿ ਸਾਧ ਕੀ ਧੂਰ ਕਰੋ ਇਸ਼ਨਾਨ। ਸਾਧੂ ਧੂਰ ਨਾਲ ਗੰਦਾ ਹੋ ਜਾਂਦਾ, ਗੁਰੂ ਗੰਦਾ ਹੋ ਜਾਂਦਾ ਨਹੀਂ, ਪਰ ਇਹ ਐਕਸਪ੍ਰੈਸ਼ਨ ਹੈ ਕਿ ਮੈਂ ਯਾਰ ਤੇਰੇ ਚਰਨਾਂ ਦੀ ਧੂੜ ਹੈ। ਐਕਸਪ੍ਰੈਸ਼ਨ ਆਫ ਲਵ ਹੁੰਦਾ। ਮੁਹਾਵਰੇ ਵਾਂਗੂ ਹੁੰਦੇ ਨੇ ਵੀ ਆਪਣਾ ਆਪ ਅਰਪਣ ਕਰ ਦੇਣਾ, ਸਰੈਂਡਰ ਕਰ ਦੇਣਾ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਬੜੇ ਵਧੀਆ ਵਧੀਆ ਇਦਾਂ ਅਲੰਕਾਰ, ਐਕਸਪ੍ਰੈਸ਼ਨਸ ਆਫ ਲਵ, ਮੁਹਾਵਰੇ ਗੁਰੂ ਸਾਹਿਬ ਨੇ ਵਰਤੇ ਹਨ। ਕਿ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਕੇਸਾਂ ਦਾ ਚੌਰ ਬਣਾ ਕੇ ਤੁਹਾਡੇ
ਚਰਨਾਂ ਵਿੱਚ ਕਰਦਾ ਹਾਂ। ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੋਏ ਪਾਉ ਪਲੋਸੋ, ਕੇਸ ਚਵਰ ਕਰ ਫੇਰੀ। ਇਹ ਨਹੀਂ ਕਿ ਪੱਗ ਲਾ ਕੇ ਕੋਈ ਕੇਸਾਂ ਲੈ ਕੇ ਤੇ ਉਹਦਾ ਚਵਰ ਕਰੇ, ਇਸ ਤਰ੍ਹਾਂ ਨਹੀਂ ਹੈ। ਮੇਰੇ ਰਾਮ ਹਰ ਜਨ ਕੋ ਪਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਫਿਰ ਇੱਕ ਜਗ੍ਹਾ ਬੜਾ ਵਧੀਆ ਐਕਸਪ੍ਰੈਸ਼ਨ ਆਫ ਲਵ ਮੁਹਾਵਰਾ ਉਹਨਾਂ ਨੇ ਵਰਤਿਆ ਕਿ ਪਾਵ ਮਲੋਆਂ ਸੰਗ ਨੈਣ ਭਤੀਰੀ, ਮੈਂ ਆਪਣੀਆਂ ਅੱਖਾਂ ਦੀਆਂ ਪਲਕਾਂ ਦੇ ਨਾਲ ਤੇਰੇ ਪੈਰਾਂ ਨੂੰ ਘੁੱਟਾਂ। I massage your feet with the eyelashes of my eyes। ਹੁਣ ਇੱਦਾਂ ਕਦੀ ਹੋ ਨਹੀਂ ਸਕਦਾ, ਪਰ ਇਹ ਐਕਸਪ੍ਰੈਸ਼ਨਸ ਆਫ ਲਵ ਹੈਗੇ ਨੇ, ਮੁਹਾਵਰੇ ਨੇ, ਆਪਣਾ ਪਿਆਰ ਜਤਾਉਣ ਦਾ ਇੱਕ ਤਰੀਕਾ ਹੈਗਾ ਆ। ਸੋ ਸਾਧ ਕੀ ਧੂਰ ਕਰੋ ਇਸ਼ਨਾਨ, ਤੇ ਕਿਸ ਤਰ੍ਹਾਂ ਧੂਰ ਚ ਇਸ਼ਨਾਨ ਕਹਿੰਦੇ? ਸਾਧ ਉੱਪਰ ਜਾਈਏ ਕੁਰਬਾਨ, ਗੁਰੂ ਦੇ ਉੱਤੇ ਕੁਰਬਾਨ ਜਾਈਏ, ਆਪਣਾ ਆਪ ਭੇਟ ਕਰ ਦਈਏ, ਆਪਣਾ ਫੁੱਲ ਸਰੈਂਡਰ ਕਰ ਦਈਏ। ਤੇ ਸਾਧ ਸੇਗਾ ਵੱਡ ਭਾਗੀ ਪਾਈਏ, ਗੁਰੂ ਦੀ ਸੇਵਾ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਸੋ ਭਾਗ ਹਨ ਸਾਡੀ ਸੋਚ, ਜੋ ਸਾਡੀ ਸੋਚ ਵਿੱਚ ਆਉਂਦਾ ਹੈ, ਸੰਕਲਪ ਆਉਂਦਾ ਹੈ, ਉਹ ਕਿਸੇ ਵੇਲੇ ਫਿਰ ਟਾਈਮ ਦੇ ਨਾਲ ਕਰਮ ਬਣ ਜਾਂਦਾ ਹੈ, ਉਹੀ ਭਾਗ ਬਣ ਜਾਂਦਾ ਹੈ। ਚੰਗੇ ਭਾਗ ਚੰਗੇ ਕਰਮ ਬਣ ਜਾਂਦੇ ਹਨ, ਤੇ ਮੰਦੀ ਸੋਚ ਜਿਹੜੀ ਹੈਗੀ ਹੈ ਮੰਦੇ ਭਾਗ ਬਣ ਜਾਂਦੇ ਹਨ। ਸਤਿਗੁਰੂ ਕਹਿੰਦੇ ਹਨ ਕਿ ਨਾਮ ਬਿਨਾ ਨਾ ਹੀ ਮੁਖ ਭਾਗ, ਪਰਤ ਬਿਹੂਨ ਕਹਾਂ ਸੁਹਾਗ। ਜਿਸ ਤਰ੍ਹਾਂ ਖਸਮ ਤੋਂ ਬਗੈਰ ਇਸਤਰੀ ਦਾ ਖਸਮ ਨਹੀਂ ਹੋ ਸਕਦਾ, ਸੁਹਾਗ ਨਹੀਂ ਹੋ ਸਕਦਾ, ਖਸਮ ਤੋਂ ਬਗੈਰ ਇਸਤਰੀ ਦਾ ਸੁਹਾਗ ਨਹੀਂ ਹੋ ਸਕਦਾ, ਪਰਤ ਬਿਹੂਨ ਕਹਾਂ ਸੁਹਾਗ, ਨਾਮ ਬਿਨਾ ਨਾ ਹੀ ਮਸਤਕ ਭਾਗ। ਰੱਬ ਦੇ ਗੁਣਾਂ ਤੋਂ ਬਗੈਰ, ਰੱਬ ਦੇ ਗੁਣਾਂ ਕਰਕੇ ਚੰਗੀ ਸੋਚ ਆਏਗੀ, ਚੰਗੀ ਸੋਚ ਵਿੱਚੋਂ ਚੰਗੇ ਕੰਮ ਆਉਣਗੇ, ਉਹੀ ਚੰਗੇ ਭਾਗ ਬਣ ਜਾਣਗੇ, ਚੰਗੇ ਭਾਗਾਂ ਦੇ ਨਾਲ। ਸੋ ਭਾਗ ਹੈ ਸੋਚ। ਸੋ ਚੰਗੀ ਸੋਚ ਕਰਕੇ, ਜਦੋਂ ਚੰਗੇ ਸੰਕਲਪ ਕਰਕੇ ਕਰਮ ਹੋਇਆ, ਉਹ ਵੱਡੇ ਭਾਗ ਬਣ ਗਏ। ਸਾਧ ਸੇਵਾ ਵੱਡ ਭਾਗੀ ਪਾਈਏ, ਚੰਗੇ ਗੁਣਾਂ ਦੇ ਕਰਕੇ ਜਿਹੜੀ ਚੰਗੀ ਸੋਚ ਆਈ ਸੀਗੀ, ਉਹਦੇ ਕਰਕੇ ਗੁਰੂ ਦੀ ਜੋ ਹੈ ਸੇਵਾ ਮਿਲੀ ਹੈ, ਉਹਦੀ ਸ਼ਰਨ ਮਿਲੀ ਹੈ। ਤੇ ਸਾਧ ਸੰਗ ਹਰ ਕੀਰਤਨ ਗਾਈਏ, ਸੰਗਤ ਵਿੱਚ ਜਾ ਕੇ ਪ੍ਰਭੂ ਦੇ ਗੁਣ ਗਾਉਣੇ। ਗੁਣ ਗਾਉਣ ਤੋਂ ਭਾਵ ਕਿ ਉਹਦੇ ਗੱਲ ਮੰਨਣੀ, ਉਹਦੀ ਹੁਕਮ ਵਿੱਚ ਆਉਣਾ, ਉਹਦੀ ਰਜ਼ਾ ਵਿੱਚ ਆਉਣਾ। ਗਾਵਣ ਤੁਧਨੋਂ ਪਾਉਣ ਪਾਣੀ ਬੈਸੰਤਰ, ਅਸੀਂ ਪੜ੍ਹਦੇ ਹਾਂ। ਹੁਣ ਪਾਉਣ ਪਾਣੀ ਬੈਸੰਤਰ ਜਿਹੜੇ ਹੈਗੇ ਨੇ, ਤਬਲੇ ਵਾਜੇ ਲਾ ਕੇ ਨਹੀਂ ਬੈਠੇ ਹੋਏ, ਭਾਵ ਕਿ ਉਹਦੇ ਹੁਕਮ 'ਚ ਚੱਲ ਰਹੇ ਹਨ, ਉਹਦੀ ਰਜ਼ਾ ਵਿੱਚ ਚੱਲ ਰਹੇ ਹਨ, ਉਹਦੇ ਭਾਣੇ ਅੰਦਰ ਚੱਲ ਰਹੇ ਹਨ। ਇਸੇ ਤਰ੍ਹਾਂ ਹੀ ਸਾਧ ਸੰਗਤ ਵਿੱਚ ਜਾ ਕੇ ਰੱਬ ਦੇ ਗੁਣਾਂ ਨੂੰ ਅਡਾਪਟ ਕਰਕੇ ਕੀਰਤਨ ਗਾਈਏ, ਉਹਦੀ ਕੀਰਤੀ, ਉਹਦੀ ਸਿਫਤ ਸਲਾਹ ਗਾਈਏ, ਮੀਨਸ ਉਹਨੂੰ ਐਕਸੈਪਟ ਕਰੀਏ, ਉਹਨੂੰ ਮੰਨੀਏ। ਫਿਰ ਕਿਉਂਕਿ ਕਿ ਅਨੇਕ ਵਿਘਨ ਤੇ ਸਾਧੂ ਰਾਖੇ, ਅਨੇਕਾਂ ਵਿਘਨਾਂ ਤੋਂ, ਵਿਘਨਾਂ ਮੀਨਸ ਰੁਕਾਵਟਾਂ ਜਿਹੜੀਆਂ ਸਾਧ ਸੰਗਤ ਵਿੱਚ ਆ ਜਾਂਦੀਆਂ ਹਨ, ਉਹਨਾਂ ਤੋਂ ਫਿਰ ਗੁਰੂ ਰੋਕਦਾ ਹੈ। ਜਦੋਂ ਚੰਗੇ ਮਨ ਗੁਰੂ ਨੂੰ ਦੇ ਦਿੰਦੇ ਹਾਂ, ਫਿਰ ਕਿਤੇ ਕਾਮ ਨੇ ਰੁਕਾਵਟ ਪਾਣੀ ਸੀ, ਕ੍ਰੋਧ ਨੇ ਰੁਕਾਵਟ ਪਾਣੀ ਸੀ, ਕੁਛ ਵੀ ਕਰਨਾ ਸੀਗਾ, ਪਰ ਜਦੋਂ ਇਹ ਔਗਣ ਚਲੀ ਹੀ ਗਏ, ਔਗਣਾ ਕਰਕੇ ਜਿਹੜੀ ਔਕੜਾਂ ਪੈਂਦੀਆਂ ਸਨ, ਰੁਕਾਵਟਾਂ ਪੈਂਦੀਆਂ ਸਨ, ਵਿਘਨ ਪੈਂਦੇ ਸਨ, ਅਨੇਕ ਵਿਘਨ ਤੇ, ਅਨਕ ਨਹੀਂ ਅਨੇਕ ਵਿਘਨ ਤੇ ਸਾਧੂ ਰਾਖੈ, ਇੱਥੇ ਰਾਖੇ ਨਹੀਂ ਰਾਖੈ ਪੜ੍ਹਨਾ ਆ, ਔਰ ਅਨਕ ਨਹੀਂ ਅਨੇਕ ਹੈ। ਅਨੇਕਾਂ ਰੁਕਾਵਟਾਂ ਤੋਂ ਫਿਰ ਜੋ ਹੈ ਸਾਨੂੰ ਗੁਰੂ ਬਚਾਉਂਦਾ ਹੈ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਹੁਣ ਪਹਿਲਾਂ ਕੀ ਸੀਗਾ ਕਿ ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਔਗਣ ਚੰਗੇ ਲੱਗਦੇ ਸੀ, ਗੁਣ ਨਹੀਂ ਸੀ ਚੰਗੇ ਲੱਗਦੇ, ਪਰ ਹੁਣ ਉਹਨਾਂ ਗੁਣਾਂ ਦੇ ਵਿੱਚੋਂ ਅੰਮ੍ਰਿਤ ਦਾ ਰਸ ਆਉਣ ਲੱਗ ਪਿਆ ਹੈ। ਰਸ ਰਸ ਗੁਣ ਠਾਕੁਰ ਗਾਵੋ ਠਾਕੁਰ ਕੇ, ਮੋਰੇ ਹਿਰਦੇ ਬਸੋ ਗੋਪਾਲ। ਰਸ ਆਉਣ ਲੱਗ ਪਿਆ ਹੈ ਗੁਣਾਂ ਦਾ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ, ਗਈ ਨਹੀਂ ਪੜ੍ਹਨਾ ਤੇ ਗਹੀ ਪੜ੍ਹਨਾ, ਔਰ ਅੰਮ੍ਰਿਤ ਨੂੰ ਅੰਮ੍ਰਿਤ ਪੜ੍ਹਨਾ ਹੈ, ਅੰਮ੍ਰਿਤ ਨਹੀਂ ਪੜ੍ਹਨਾ। ਓਟ ਗਹੀ ਪਕੜ ਲਈ ਹੈ ਮੈਂ, ਸੰਤੈ ਦਰ ਆਇਆ। ਜਦੋਂ ਮੈਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਗੁਰੂ ਦੇ ਦੁਆਰੇ ਤੇ ਆਇਆ ਹਾਂ, ਮੈਂ ਉਹਦੀ ਗੁਰੂ ਦੇ ਦੁਆਰ ਦੀ, ਗੁਰੂ ਦੇ ਚਰਨਾਂ ਦੀ, ਗੁਰੂ ਦੇ ਸ਼ਬਦ ਦੀ ਓਟ ਪਕੜ ਲਈ ਹੈ। ਤਾਂ ਸਰਬ ਸੁਖ ਨਾਨਕ ਤਹਿ ਪਾਇਆ। ਫਿਰ ਉਦੋਂ ਸਾਰਾ ਸੁੱਖ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ। ਫਿਰ ਉੱਥੇ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ, ਇੱਕ ਹੈ ਏਕੀ ਨਿਤ ਹੈ, ਹਾਰ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। बुरा नहीं सब भला ही है रे, हार नहीं सब जीत है, बस सुख ही सुख है। ये 6वें पदे दी जो है विचार खत्म हो रही है।
ਅੱਗੇ ਜੋ ਹੈ 7ਵਾਂ ਪਦਾ ਸ਼ੁਰੂ ਹੋ ਰਿਹਾ ਹੈ। ਉਹਦੇ ਵਿੱਚ ਸਤਿਗੁਰ ਕਹਿੰਦੇ ਹਨ ਕਿ ਮਿਰਤਕ ਕਉ ਜੀ ਵਾਲਣ ਹਾਰ। ਅਸੀਂ ਜਦੋਂ ਕੋਈ ਬੰਦਾ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਹੈ ਜਾਂ ਮਰ ਜਾਂਦਾ ਹੈ, ਡਿਸੀਜ਼ ਹੋ ਜਾਂਦਾ ਹੈ, ਐਕਸਪਾਇਰ ਹੋ ਜਾਂਦਾ ਹੈ, ਅਸੀਂ ਕਹਿੰਦੇ ਨੇ ਉਹਦੀ ਮਿਰਤਕ ਦੇਹ ਪਈ ਹੈ। ਜਿਹੜਾ ਇਨਸਾਨ ਮਰ ਗਿਆ, ਫਿਨਿਸ਼ ਹੋ ਗਿਆ, ਫਿਜ਼ੀਕਲੀ ਫਿਨਿਸ਼ ਹੋ ਗਿਆ। ਅਕਾਲ ਪੁਰਖ ਮਰੇ ਹੋਏ ਨੂੰ ਜਿਉਂਦਾ ਨਹੀਂ ਹੈ। ਜਿਹੜਾ ਜੀਵਨ ਖਤਮ ਹੋ ਗਿਆ ਉਹਦੇ ਹੁਕਮ ਵਿੱਚ ਉਹ ਖਤਮ ਹੋ ਗਿਆ। ਫਿਰ ਇੱਥੇ ਤੇ ਲਿਖਿਆ ਮਿਰਤਕ ਕਉ ਜੀ ਵਾਲਣ ਹਾਰ। So let's ask, what is the definition of ਮਿਰਤਕ in ਗੁਰਬਾਣੀ? ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਮਿਰਤਕ ਦੇਹ ਸਾਧ ਸੰਗ ਬਿਹੂਣਾ, ਆਵਤ ਜਾਤ ਜੋਨੀ ਦੁੱਖ ਖੀਨਾ। ਮਿਰਤਕ ਦੇਹ ਕੀ ਹੈ? ਜਿਹੜੀ ਸਤ ਸੰਗਤ ਦੇ ਤੋਂ ਜਾ ਕੇ ਵਿਹੂਣ ਦੂਰ ਗਈ ਹੋਈ ਹੈ, ਜਿਹੜੀ ਵਾਂਝੀ ਹੈ ਗੁਰੂ ਕੇ ਪਿਆਰਿਆਂ ਦੀ ਸੰਗਤ ਤੋਂ, ਗੁਰੂ ਦੀ ਸੰਗਤ ਤੋਂ, ਉਹ ਦੇਹ ਮਿਰਤਕ ਹੈ। ਨਾਮ ਬਿਨਾ ਜੇਤਾ ਵਿਵਹਾਰ, ਰੱਬ ਤੇ ਗੁਣਾਂ ਤੋਂ ਬਗੈਰ ਜਿਤਨਾ ਵੀ ਸਾਡਾ ਵਿਵਹਾਰ ਹੈ, ਜੋ ਵੀ ਅਸੀਂ ਨਜ਼ਰ ਆਉਂਦੇ ਹਨ, ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਗੌੜੀ ਰਾਗ ਦੇ ਵਿੱਚ, ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਜਿਸ ਤਰ੍ਹਾਂ ਮਿਰਤਕ ਨੂੰ ਸ਼ਿੰਗਾਰ ਕਰ ਦਿੰਦਾ ਕੀ ਲੱਗਦਾ ਹੈ, ਇਸੇ ਤਰ੍ਹਾਂ ਇੱਕ ਮਿਰਤਕ ਵਾਂਗੂ ਹੀ ਹੈ। ਤੇ ਜੇ ਕੋਈ ਬੰਦਾ ਬਹੁਤ ਸੋਹਣਾ ਹੋਵੇ, ਚਤੁਰ ਹੋਵੇ, ਚੰਗੀ ਕੁਲ 'ਚ ਪੈਦਾ ਹੋਇਆ, ਧਨਵਾਨ ਹੋਵੇ, ਇੰਟੈਲੀਜੈਂਟ ਹੋਵੇ, ਪਰ ਜੇ ਅੰਦਰ ਪ੍ਰੀਤ ਹੀ ਨਹੀਂ ਹੈ, ਰੱਬ ਦਾ ਪਿਆਰ ਹੀ ਨਹੀਂ ਹੈ, ਰੱਬ ਦੇ ਗੁਣ ਹੀ ਨਹੀਂ ਹੈ, ਤੇ ਉਹ ਮਿਰਤਕ ਹੈ। ਸਤਿਗੁਰੂ ਕਹਿੰਦੇ ਹਨ ਕਿ ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਪਰ ਮਿਰਤਕ ਕਹੀਏ ਨਾਨਕਾ, ਜੋ ਪ੍ਰੀਤ ਨਹੀਂ ਭਗਵੰਤ। ਆਤਮਕ ਮੌਤ ਜਿਹੜਾ ਮਰਿਆ ਹੋਇਆ ਹੈ ਉਹ ਮਿਰਤਕ ਹੈ। ਸੋ ਉਸ ਮਿਰਤਕ ਨੂੰ, ਆਤਮਿਕ ਮੌਤ ਮਰੇ ਹੋਏ ਨੂੰ ਮਿਰਤਕ ਕਉ, ਕੋ ਨਹੀਂ ਕਉ ਜੀ ਵਾਲਣ ਹਾਰ। ਅਕਾਲ ਪੁਰਖ ਆਪਣੇ ਗੁਣ ਦੇ ਕੇ ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਸੰਚ ਜੀ, ਅੰਮ੍ਰਿਤ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਲਾਇਓ ਆਪਣੀ ਸੇਵ। ਸੋ ਆਤਮਕ ਜੀਵਨ ਮਰੇ ਹੋਏ ਨੂੰ ਜੋ ਹੈ ਉਹ ਗੁਣ ਦੇ ਕੇ ਜੀਵਾਲ ਦਿੰਦਾ ਹੈ। ਸਤਿਗੁਰ ਮੇਰਾ ਮਾਰ ਜੀਵਾਲੇ, ਫਿਰ ਸ਼ਬਦ ਮਰੋ ਫਿਰ ਜੀਵੋ ਸਦਈ, ਤਾਂ ਫਿਰ ਮਰਨ ਨਾ ਹੋਈ, ਫਿਰ ਮਰਦੇ ਨਹੀਂ ਜਦੋਂ ਸ਼ਬਦ ਦੀ ਚੋਟ ਪੈਂਦੀ ਹੈ। ਸੋ ਮਿਰਤਕ ਕਉ ਜੀ ਵਾਲਣ ਹਾਰ, ਅਕਾਲ ਪੁਰਖ ਦੇ ਗੁਣ ਮੁਰਦਿਆਂ ਦੇ ਵਿੱਚ, ਆਤਮਿਕ ਮੌਤ ਮਰੇ ਹੋਏ ਇਨਸਾਨ ਦੇ ਵਿੱਚ ਵੀ ਬੜੇ ਗੁਣ ਪੈਦਾ ਕਰ ਦਿੰਦੇ ਹਨ। ਉਹ ਵੀ ਫਿਰ ਜੀਵਤ ਰਹੋ। ਭੁੱਖੇ ਕਉ ਦੇਵਤ ਆਧਾਰ, ਜ਼ਿੰਦਗੀ ਵਿੱਚ ਭੁੱਖ ਲੱਗਣੀ ਚਾਹੀਦੀ ਹੈ। ਜੇ ਭੁੱਖ ਨਾ ਲੱਗੇ ਤੇ ਸਰੀਰ ਅਰੋਗ ਹੈ। ਭੁੱਖ ਲੱਗਦੀ ਹੈ ਤੇ ਅੱਛੀ ਕੁਝ ਖਾਂਦੇ ਹਾਂ, ਅੰਦਰ ਜਾ ਕੇ ਤਾਕਤ ਬਣਦਾ ਹੈ, ਸਾਡਾ ਲਹੂ ਬਣਦਾ ਹੈ, ਵਿਟਾਮਿਨਸ ਚਾਹੀਦੇ ਨੇ, ਸਾਡਾ ਸਰੀਰ ਦੀ ਹਰਕਤ ਚੱਲਦੀ ਰਹਿੰਦੀ ਹੈ ਸਾਡੇ। ਤੇ ਜਦੋਂ ਅਸੀਂ ਭੋਜਨ ਕਰਦੇ ਹਾਂ ਸਾਡੀ ਭੁੱਖ ਮਿਟ ਵੀ ਜਾਂਦੀ ਹੈ, ਸਿਸਟਮ ਨਾਲ ਫਿਰ ਭੁੱਖ ਲੱਗਦੀ ਹੈ, ਸਾਡਾ ਸਰੀਰ ਉਹਨੂੰ ਪਚਾਉਂਦਾ ਹੈ। ਸੋ ਭੁੱਖ ਤੇ ਚਾਹੀਦੀ ਹੈ, ਪਰ ਇੱਕ ਭੁੱਖ ਜਿਹੜੀ ਮਨ ਨੂੰ ਲੱਗੀ ਹੈ ਨਾ, ਉਹ ਤ੍ਰਿਸ਼ਨਾ ਦੀ ਭੁੱਖ। ਸਰੀਰ ਦੀ ਭੁੱਖ ਤੇ ਭੋਜਨ ਖਾ ਕੇ ਮਿਟ ਜਾਂਦੀ ਹੈ, ਪਰ ਉਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਨਾ, ਉਹ ਨਹੀਂ ਮਿਟਦੀ, ਉਹ ਨਹੀਂ ਮਿਟਦੀ, ਉਹ ਨਹੀਂ ਪੁੱਟਦੀ। ਪੜਦੇ ਹੋ ਸਾਰੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਾਰੀਆਂ ਦੁਨੀਆ ਦੇ ਖਜ਼ਾਨੇ ਉਹਨਾਂ ਨੂੰ ਦੇ ਦਿਓ, ਫਿਰ ਵੀ ਕੋਏਗਾ ਵੀ ਸਹਿਸ ਖੱਟੇ ਲੱਖ ਕੋ ਉਠਤਾ ਵੇ, ਤ੍ਰਿਪਤ ਨਾ ਆਵੇ ਮਾਇਆ ਪਾਚੇ ਪਾਵੇ। ਤ੍ਰਿਸ਼ਨਾ ਦੀ ਭੁੱਖ ਨਹੀਂ ਮਿਲਦੀ। ਤੇ ਕਿਸ ਤਰ੍ਹਾਂ ਮੁੱਕਦੀ ਹੈ ਭੁੱਖ? ਸਤਿਗੁਰੂ ਕਹਿੰਦੇ ਹਨ ਕਿ ਭੁੱਖਿਆਂ ਭੁੱਖ ਨਾ ਉਤਰੀ ਗੱਲੀ, ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਜੇ ਰੱਬ ਦੇ ਗੁਣ ਆ ਜਾਂਦੇ ਹਨ ਅੰਦਰ, ਫਿਰ ਸ਼ਾਂਤੀ ਆ ਜਾਂਦੀ ਹੈ, ਸੰਤੋਖ ਆ ਜਾਂਦਾ ਹੈ, ਕੰਟੈਂਟਮੈਂਟ ਆ ਜਾਂਦੀ ਹੈ, ਜੋ ਹੈ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਅਬੰਡੈਂਸ ਹੈ, ਉਹਦੇ 'ਚ ਤ੍ਰਿਪਤੀ ਹੈ। ਪਰ ਇਹਦਾ ਇਹ ਮਤਲਬ ਨਹੀਂ ਉਦਮ ਨਹੀਂ ਕਰਨਾ। ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਤੂੰ ਪਹੁੰਚੇ, ਪਰ ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਚਿੰਤਾ ਤੇ ਤਾਂ ਹੀ ਮੁੱਕਣੀ ਹੈਗੀ ਹੈ। ਤੋ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ, ਈਰਖਾ, ਹੋਰ ਚੀਜ਼ਾਂ ਦੀ ਲਾਲਚ ਦੀ ਭੁੱਖ ਹੈਗੀ ਹੈ, ਉਹ ਜਿਹੜੀ ਹੈਗੀ ਹੈ, ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਅਕਾਲ ਪੁਰਖ ਦੇ ਗੁਣ ਜਦੋਂ ਆ ਜਾਂਦੇ ਹਨ,
ਆਤਮਿਕ ਮੌਤ ਵਾਲਾ ਵੀ ਬੰਦਾ ਜੀ ਪੈਂਦਾ ਹੈ। ਭੁੱਖੇ ਤ੍ਰਿਸ਼ਨਾ ਦੀ ਭੁੱਖ ਵਿੱਚ ਰਹਿੰਦਾ ਹੋਇਆ, ਵਿੱਚ ਸੜਦਾ ਹੋਵੇ ਬੰਦਾ ਜਿਹੜਾ ਹੈਗਾ, ਉਹਦੀ ਭੁੱਖ ਦੀ ਵੀ ਉਹ ਗੁਣ ਉਹਦਾ ਭੁੱਖ ਦਾ ਆਧਾਰ ਬਣ ਜਾਂਦੇ ਹਨ, ਕੰਟੈਂਟਮੈਂਟ ਆ ਜਾਂਦੀ ਹੈ। ਔਰ ਉਹਨੂੰ ਨਜ਼ਰ ਆ ਜਾਂਦਾ ਕਿ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਉਹਦੀ ਦ੍ਰਿਸ਼ਟੀ ਵਿੱਚ ਅਕਾਲ ਪੁਰਖ ਦੇ ਗੁਣ ਆ ਜਾਂਦੇ ਹਨ, ਉਹਦੇ ਸਾਰੇ ਖਜ਼ਾਨੇ ਆ ਜਾਂਦੇ ਕਿ ਇਹ ਸਾਰੇ ਖਜ਼ਾਨੇ ਤੇ ਮੇਰੇ ਪਏ ਹੋਏ ਹਨ, ਤੇ ਸਾਰੇ ਉਹਦੇ ਗੁਣ ਜਿਹੜੇ ਹਨ, ਸਭ ਨਿਧਾਨ, 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਉਹਨੂੰ ਨਜ਼ਰ ਆ ਜਾਂਦਾ ਹੈ ਵੀ ਰੱਬ ਨੇ ਤੇ ਸਾਰੇ ਖਜ਼ਾਨੇ ਆਪਣੀ ਤਲੀ ਦੇ ਉੱਤੇ, ਹੱਥ ਦੀ ਤਲੀ ਦੇ ਉੱਤੇ ਸਾਡੇ ਸਾਹਮਣੇ ਰੱਖੇ ਹੋਏ ਹਨ। ਉਹ ਨਜ਼ਰ ਆ ਜਾਂਦਾ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਉਹਦੀ ਦ੍ਰਿਸ਼ਟੀ ਦੇ ਵਿੱਚ ਸਾਰੇ ਰੱਬ ਦੇ ਖਜ਼ਾਨੇ ਆ ਜਾਂਦੇ ਹਨ, ਔਰ ਦੇਖ ਲੈਂਦਾ ਇਹ ਖਜ਼ਾਨੇ ਤੇ ਮੇਰੇ ਅੰਦਰ ਹਨ, ਇਹ ਰੱਬ ਦੇ ਸਾਰੇ ਗੁਣ, ਉਹਦੇ ਖਜ਼ਾਨੇ ਮੇਰੇ ਅੰਦਰ ਹੀ ਹਨ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਕਿੱਥੇ ਹੈ ਜੀ, ਦੇਹੀ ਮੇ ਇਸਕਾ ਵਿਸਰਾਮ, ਸਾਡੇ ਅੰਦਰ ਹੀ ਹਨ ਉਹ ਖਜ਼ਾਨੇ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ। ਸੋ ਅੰਦਰ ਜਦੋਂ ਪ੍ਰਕਾਸ਼ ਹੁੰਦਾ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠਰੀ ਖੁਲੀ ਅਨੂਪਾ, ਅੰਦਰੋਂ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਅੰਦਰ ਰਤਨਾਂ ਦੇ ਗੁਰ ਸਾਗਰ ਰਤਨੀ ਭਰਪੂਰੇ, ਗੁਣਾਂ ਦੇ ਸਾਗਰ ਹਨ ਗੁਰੂ, ਉਹ ਸਾਡੇ ਅੰਦਰ ਗੁਣਾਂ ਦਾ ਪ੍ਰਕਾਸ਼ ਕਰ ਦਿੰਦੇ ਹਨ, ਗੁਣਾਂ ਨੂੰ ਪ੍ਰਗਟ ਕਰ ਦਿੰਦੇ, ਗੁਣਾਂ ਨੂੰ ਉਜਾਗਰ ਕਰ ਦਿੰਦੇ ਹਨ। ਸੋ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ, ਪਰ ਮਿਲਦੇ ਕਿਸ ਤਰ੍ਹਾਂ ਹਨ, ਪੁਰਬ ਲਖੇ ਕਾ ਲਹਿਣਾ ਪਾਏ। ਇਹਦੀ ਵਿਚਾਰ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਚੌਥੇ ਪਦੇ ਵਿੱਚ ਇਸੇ ਹੀ ਦੀ ਕਿ ਮਨ ਮੂਰਖ ਕਾਹੇ ਬਿਲ ਲਾਈਏ, ਪੂਰਬ ਲਿਖੇ ਕਾ ਲਿਖਿਆ, ਪੂਰਬ ਲਿਖੇ ਕਾ ਲਿਖਿਆ ਪਾਈਏ। ਇੱਥੇ ਆਇਆ ਹੈ ਕਿ ਪੁਰਬ ਲਿਖੇ ਕਾ ਲਹਿਣਾ ਪਾਹੇ। ਪੁਰਬ ਵੈਰੀ ਬਰੀਫਲੀ ਜੋ ਅਸੀਂ ਪਿੱਛੇ ਕੀਤਾ ਹੈ, ਸਾਡਾ ਜਿਹੜਾ ਪਾਸਟ ਹੈ, 1 ਸੈਕਿੰਡ ਪਹਿਲਾਂ ਉਹ ਵੀ ਪੁਰਬ ਹੈ, 10 ਸੈਕਿੰਡ ਪਹਿਲਾਂ, 10 ਮਿੰਟ ਪਹਿਲਾਂ, ਦਿਨ ਪਹਿਲਾਂ, ਮਹੀਨਾ ਪਹਿਲਾਂ, ਸਾਲ ਪਹਿਲਾਂ, ਜੋ ਕੁਝ ਵੀ ਅਸੀਂ ਸੋਚਿਆ, ਜੋ ਕੁਝ ਵੀ ਅਸੀਂ ਕੀਤਾ, ਉਹ ਸਾਡਾ ਪੂਰਬਲਾ ਲੇਖ ਲਿਖਿਆ ਗਿਆ ਹੈ। ਉਸੇ ਦੇ ਬੇਸ ਦੇ ਉੱਤੇ ਸਾਡੇ ਫਿਰ ਅੰਕੁਰ ਪ੍ਰਗਟ ਹੁੰਦੇ ਹਨ, ਭਾਗ ਜਾਗਦੇ ਹਨ ਸਾਨੂੰ। ਸੋ ਪੂਰਬ ਲਿਖੇ ਕਾ ਲਹਿਣਾ ਪਾਏ, ਜੋ ਅਸੀਂ ਚੰਗੀ ਸੋਚ ਦੇ ਨਾਲ, ਚੰਗੀ ਸੰਗਤ ਕਰਕੇ ਪ੍ਰੀਵੀਅਸ ਅਸੀਂ ਜੋ ਗੁਣ ਧਾਰਨ ਕੀਤੇ, ਉਹਨਾਂ ਗੁਣਾਂ ਦਾ ਸਦਕਾ, ਉਹਨਾਂ ਪੂਰਬ ਲਿਖੇ ਹੋਏ ਸਾਡੇ ਕੀਤੇ ਐਕਸ਼ਨਸ ਦਾ ਸਦਕਾ ਲਹਿਣਾ ਪਾਹੇ, ਅਸੀਂ ਗੁਣਾਂ ਨੂੰ ਆਪਣੇ ਜ਼ਿੰਦਗੀ ਵਿੱਚ ਆਇਆ ਤੇ ਸਾਨੂੰ ਉਹਦੇ ਜਿਹੜੇ ਗੁਣਾਂ ਦੇ ਖਜ਼ਾਨੇ ਹਨ ਉਹ ਸਾਡੇ ਅੰਦਰ ਨਜ਼ਰ ਆ ਜਾਂਦੇ ਹਨ। ਸੋ ਫਿਰ ਪਤਾ ਚੱਲਦਾ ਵੀ ਸਭ ਕੁਛ ਤਿਸ ਕਾ, ਇਹ ਸਾਰੇ ਗੁਣ ਉਹਦੇ ਹੀ ਹਨ, ਸਭ ਗੁਣ ਤੇਰੇ, ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਮਝ ਆ ਜਾਂਦੀ ਕਿ ਸਭ ਕੁਛ ਤਿਸ ਕਾ, ਉਹ ਕਰਨਾ ਜੋ, ਸਭ ਗੁਣ ਤੇ ਉਹਦੇ ਹੀ ਹਨ, ਤੇ ਉਹੀ ਜੋ ਹੈ ਕਰਨ ਯੋਗ ਹੈ, ਸਭ ਕੁਝ ਉਹੀ ਕਰਨ ਯੋਗ ਹੈ, ਉਹ ਹੈ ਤੇ ਸਾਰੇ ਜੀਵਨ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ। ਇਹ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਦਇਆ ਨਹੀਂ ਹੈ ਪਰ ਯੂਜ਼ ਨਹੀਂ ਕਰਦੇ, ਮੇਰੇ ਅੰਦਰ ਇਮਾਨਦਾਰੀ ਨਹੀਂ ਹੈਗੀ ਹੈ ਪਰ ਅਸੀਂ ਯੂਜ਼ ਨਹੀਂ ਕਰਦੇ। ਸੋ ਉਸ ਉਹੀ ਜੋ ਹੈ ਸਭ ਕੁਛ ਤਿਸਕਾ, ਉਹ ਕਰਨਾ ਯੋਗ, ਉਹੀ ਗੁਣ ਦੇਣ ਵਾਲਾ ਹੈ। ਤਿਸ ਬਿਨ, ਉਹਦੇ ਗੁਣਾਂ ਤੋਂ ਬਗੈਰ ਦੂਸਰ ਹੋਵਾ ਨਾ ਹੋਰ ਕੋਈ ਹੈ ਹੀ ਨਹੀਂ ਸਾਡੀ ਜ਼ਿੰਦਗੀ ਵਿੱਚ ਜਿਹੜਾ ਸਾਡੀ ਜ਼ਿੰਦਗੀ ਦੀ ਡਿਵੈਲਪਮੈਂਟ ਕਰ ਸਕੇ ਸਪਿਰਿਚੁਅਲ ਲੈਵਲ ਦੇ ਉੱਤੇ। ਸੋ ਇਸ ਕਰਕੇ ਭਾਈ ਜਪ ਜਨ ਸਦਾ ਸਦਾ ਦਿਨ ਰਹਿਣੀ, always contemplate your conscious on the virtues of the ਅਕਾਲ ਪੁਰਖ। ਰਾਤ ਦਿਨ ਰਾਤੀ ਆਰਾਧੋ ਪਿਆਰੇ, ਨਿਮਕ ਨਾ ਮਿੱਟੀ ਕੀਚੈ ਟੀਲਾ, ਦਮ ਦਮ ਸਦਾ ਸਮਾਲਤਾ, ਦਮ ਨਾ ਬਿਰਥਾ ਜਾਏ, ਇਹ ਤਨ ਵੇਚੀ ਬੈ ਕਰੀ ਜੇ ਕੋ ਲਏ ਬਿਕਾਏ, ਤੈਸੋ ਜੈਸਾ ਕਾਢੀਏ ਜੈਸੀ ਕਾਰ ਕਮਾਏ, ਜੋ ਦਮ ਚਿਤ ਨਾ ਆਵਈ ਸੋ ਦਮ ਬਿਰਥਾ ਜਾਏ। ਉਹਦੇ ਗੁਣਾਂ ਨੂੰ ਆਪਣੇ ਧਿਆਨ ਦੇ ਵਿੱਚ, ਆਪਣੇ ਹਿਰਦੇ ਵਿੱਚ ਹਮੇਸ਼ਾ ਜਪਦੇ ਰਹਿਣਾ ਹੈ, ਪ੍ਰੈਕਟੀਕਲ ਰੂਪ 'ਚ ਉਹਨੂੰ ਪ੍ਰੈਕਟਿਸ ਕਰਦੇ ਰਹਿਣਾ ਹੈ। ਉਹਦੇ ਗੁਣਾਂ ਨੂੰ ਜਪ ਕੇ ਉਹਦੇ ਵਰਗਾ ਹੀ ਜਪਣ ਲੱਗ ਪੈਣਾ ਹੈ। ਇਹ ਨਹੀਂ ਵੀ ਸਵੇਰੇ ਘੰਟਾ ਪਾਠ ਕਰ ਲਿਆ, ਸ਼ਾਰੀ ਘੰਟਾ ਪਾਠ ਕਰ ਲਿਆ ਤੇ ਬਾਹਰ ਜਾ ਕੇ ਤੇ ਫਿਰ ਇਮਾਨਦਾਰੀ ਨਾ ਕੀਤੀ ਤੇ ਸਭ ਨਾਲ ਠੱਗੀ ਮਾਰੀ ਤੇ ਉਹਦੇ ਗੁਣ ਨਹੀਂ ਵੀ ਹਾਜੇ। ਸਾਰਾ ਦਿਨ ਉਹਦੇ ਗੁਣਾਂ ਦੇ ਹੀ ਵਿਚਾਰ, ਕਿਉਂਕਿ ਉਹੀ ਵੱਖਰ ਲੈਣ ਤੇ ਆਏ ਹਾਂ ਅਸੀਂ। ਸੋ ਹਮੇਸ਼ਾ ਉਹਦੇ ਗੁਣਾਂ ਨੂੰ ਯਾਦ ਕਰਦੇ ਰਹਿਣਾ ਹੈ।
ਇਹੀ ਸਭ ਤੇ ਊਚ ਨਿਰਮਲ ਇਹ ਕਰਨੀ। ਨਿਰ means without, mal means ਮੈਲ। This is the most immaculate way of living the life। ਸਭ ਤੇ ਊਚ ਸਾਰਿਆਂ ਨਾਲੋਂ ਜਿਹੜੀ ਕਰਨੀ ਮੀਨਸ ਸਾਡਾ ਕੈਰੈਕਟਰ ਹੈ, ਆਚਰਣ ਹੈ, ਸਾਡਾ ਲਾਈਫ ਸਟਾਈਲ ਹੈਗਾ ਆ, ਨਿਰਮਲ ਹੈ, ਮੈਲ ਤੋਂ ਰਹਿਤ ਹੈ, ਉਹਦੇ ਗੁਣਾਂ ਦੇ ਵਿੱਚ ਰਹਿਣਾ। ਤੇ ਕੀ ਜਪ ਜਨ ਸਦਾ ਸਦਾ ਦਿਨ ਰਹਿਣੀ। ਸਭ ਤੇ ਉਹਨੂੰ ਹਮੇਸ਼ਾ ਦਿਨ ਰਾਤ ਯਾਦ ਕਰਨਾ। ਸਭ ਤੇ ਊਚ ਨਿਰਮਲ ਇਹ ਕਰਨੀ ਕਿ ਉਹਨੂੰ ਜਪੀ ਜਾਣਾ, ਉਹਨੂੰ ਧਾਰਨ ਕਰੀ ਜਾਣਾ, ਉਹਦੇ ਗੁਣਾਂ ਨੂੰ ਯਾਦ ਕਰੀ ਜਾਣਾ, ਉਹਦੇ ਗੁਣਾਂ ਦੇ ਅਨੁਸਾਰ ਆਪਣਾ ਜੀਵਨ ਜੀ ਜਾਣਾ। ਸੋ ਕਰ ਕਿਰਪਾ ਜਿਸ ਕਉ ਨਾਮ ਦੀਆ। ਕਿ ਰੱਬ ਹਮੇਸ਼ਾ ਕਿਰਪਾ ਨਹੀਂ ਕਰਦਾ, ਕਦੀ ਕਰਦਾ ਕਦੀ ਨਹੀਂ ਕਰਦਾ। ਸੂਰਜ ਨਿਕਲ ਆਇਆ ਇਹ ਤਾਂ ਨਹੀਂ ਹੈਗਾ ਵੀ ਕਦੀ ਉਹ ਰੋਸ਼ਨੀ ਦੇ ਦਿੰਦਾ ਕਦੀ ਨਹੀਂ ਦਿੰਦਾ। ਅਕਾਲ ਪੁਰਖ ਤੇ ਹਮੇਸ਼ਾ ਕਿਰਪਾ ਕਰਦਾ ਹੈ, ਸਭ ਉੱਪਰ ਕਿਰਪਾ ਕਰਦਾ ਹੈ। ਪਰ ਕੀ ਅਸੀਂ ਕਿਰਪਾ ਦੇ ਪਾਤਰ ਹੋ ਗਏ ਹਾਂ? ਅਸੀਂ ਉਹ ਤੇ ਕਿਰਪਾ ਕਰ ਰਿਹਾ ਹੈ। 4-5 ਜਾਣੇ ਬਾਰਿਸ਼ ਆਉਣ ਲੱਗ ਪਈ, 4-5 ਜਾਣੇ ਇਕੱਠੇ ਹੋ ਕੇ ਬਾਹਰ ਗਏ, ਕਹਿੰਦੇ ਕੁਝ ਉੱਪਰੋਂ ਜਿਹੜਾ ਮੀਂਹ ਦਾ ਪਾਣੀ ਆ ਰਿਹਾ ਹੈ ਨਾ, ਇਹਨੂੰ ਅਸੀਂ ਪੀਂਦੇ ਹਾਂ, ਇਹ ਬੜਾ ਸੋਹਣਾ ਸਵਾਦ ਨਿਰਮਲ ਜਲ ਹੁੰਦਾ ਹੈ। ਸਾਰੇ ਜਾਣਿਆਂ ਨੇ ਮੁੱਠੀ ਅੱਡ ਕੇ ਜਿਹੜਾ ਹੈਗਾ ਪਾਣੀ ਆਇਆ ਤੇ ਪੀਤਾ। ਤੇ ਇੱਕ ਜਾਣਾ ਕਹਿੰਦਾ ਯਾਰ ਮੇਰੇ ਤੇ, ਉਹਨੇ ਵੀ ਹੱਥ ਅੱਗੇ ਕੀਤੇ, ਕਹਿੰਦੇ ਮੇਰੇ ਤੇ ਪਾਣੀ ਹੱਥਾਂ ਤੇ ਪੈ ਹੀ ਨਹੀਂ ਰਿਹਾ। ਤੇ ਕਿਸੇ ਨੇ ਕਿਹਾ ਵੀ ਤੇਰੇ ਹੱਥ ਤਾਂ ਦੇਖ, ਹੱਥ ਪੁੱਠੇ ਨੇ ਤੇਰੇ, ਹੱਥਾਂ ਨੂੰ ਸਿੱਧੇ ਕਰ, ਸਿੱਧੇ ਕਰੇਗਾ ਤਾਂ ਪਾਣੀ ਪਏਗਾ ਇਹਦੇ ਵਿੱਚ। ਸੋ ਸਤਿਗੁਰੂ ਕਹਿੰਦੇ ਹਨ ਕਿ ਕੋਟ 33 ਜਾਚੈ ਪ੍ਰਭ ਨਾਇਕ, ਦਿਨ ਦੇ ਟੋਟ ਨਹੀਂ ਭੰਡਾਰ। ਉਹ ਸਭ ਕੋ ਦੇਵਨਹਾਰ, ਉਹ ਦੇਈ ਜਾ ਰਿਹਾ ਹੈ ਔਰ ਉਹਦੇ ਭੰਡਾਰੇ ਖਤਮ ਨਹੀਂ ਆ ਰਹੇ। ਕੋਟ 33 ਜਾਚੇ ਪ੍ਰਭ ਨਾਇਕ, ਦਿਨ ਦੇ ਟੋਟ ਨਹੀਂ ਭੰਡਾਰ। ਪਰ ਕੀ ਹੈ? ਉਂਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਪਰੈ ਨਿਹਾਰ। ਜੋ ਹਿਰਦੇ ਦਾ ਭਾਂਡਾ ਹੀ ਪੁੱਠਾ ਹੈ, ਉਹਦੀ ਕਿਰਪਾ ਕਿਸ ਤਰ੍ਹਾਂ ਆ ਸਕਦੀ ਹੈ? ਨਹੀਂ ਆ ਸਕਦੀ। ਸੋ ਅਸੀਂ ਉਹਦੇ ਕਿਰਪਾ ਦੇ ਪਾਤਰ ਬਣਨਾ ਹੈ। ਤੇ ਜਦੋਂ ਅਸੀਂ ਉਹਦੇ ਗੁਣ ਲਏ ਤੇ ਉਹਨੇ ਸਾਨੂੰ ਜੋ ਹੈ ਆਪਣੇ ਗੁਣਾਂ ਦਾ ਧਾਰਨੀ ਬਣਾਇਆ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਕੇ ਉਹਦੇ ਗੁਣਾਂ ਨੂੰ ਵਿਹਾਜਿਆ ਹੈ। ਸੋ ਕਰ ਕਿਰਪਾ ਜਿਸ ਕੋ ਨਾਮ ਦੀਆ। ਜਿਸ ਨੇ ਵੀ ਕਿਰਪਾ ਦੇ ਪਾਤਰ ਬਣ ਕੇ ਉਹਦੇ ਕੋਲੋਂ ਨਾਮ ਲੈ ਲਿਆ ਹੈ ਅਕਾਲ ਪੁਰਖ ਕੋਲੋਂ, ਨਾਨਕ ਕਹਿੰਦੇ ਹਨ ਸੋ ਜਨ ਨਿਰਮਲ ਥੀਆ। ਉਹ ਜਿਹੜਾ ਇਨਸਾਨ ਹੈ ਨਿਰਮਲ, ਅੱਗੇ ਫਿਰ ਇਹ ਲਫ਼ਜ਼ ਆਇਆ ਹੈ ਨਿਰ ਮੀਨਸ ਵਿਦਾਊਟ, ਜਦੋਂ ਨਿਰਵੈਰ, ਵਿਦਾਊਟ ਫੀਅਰ, ਵਿਦਾਊਟ ਐਨਮਿਟੀ, ਨਿਰਭਉ, ਵਿਦਾਊਟ ਫੀਅਰ। ਸੋ ਇੱਥੇ ਨਿਰਮਲ, ਮੈਲ ਤੋਂ ਬਗੈਰ, ਵਿਦਾਊਟ filth, without impurities, it means ਪਵਿੱਤਰ, ਸਵੱਛ। ਨਾਨਕ ਸੋ ਜਨ ਨਿਰਮਲ ਥੀਆ। ਉਹਦੀ ਜ਼ਿੰਦਗੀ ਪਾਕ ਹੋ ਜਾਂਦੀ ਹੈ, ਉਹਦਾ ਲਾਈਫ ਸਟਾਈਲ ਪਾਕ ਹੋ ਜਾਂਦਾ, ਉਹਦਾ ਜੀਵਨ ਪਵਿੱਤਰ ਬਣ ਜਾਂਦਾ ਹੈ। ਇਹ 7ਵੇਂ ਪਦੇ ਦੀ ਵਿਚਾਰ ਹੈ। ਅਖੀਰਲਾ ਪਦਾ ਜੋ ਹੈ ਆਪ ਜੀ ਦੇ ਨਾਲ ਸਾਂਝ ਕਰ ਰਹੇ ਹਾਂ। ਜਾਂ ਕੈ, ਇੱਥੇ ਵੀ ਕੇ ਪੜ੍ਹ ਜਾਂਦੇ ਹਾਂ। ਮਨ ਗੁਰ ਕੀ ਪ੍ਰਤੀਤ, ਜਾ ਕੈ ਮਨ ਗੁਰ ਕੀ ਪ੍ਰਤੀਤ। ਜਿਸ ਦੇ ਵੀ ਇਨਸਾਨ ਦੇ ਉੱਤੇ, ਗੁਰੂ ਦੇ ਉੱਤੇ ਪ੍ਰਤੀਤ ਆ ਜਾਂਦੀ ਹੈ, ਭਰੋਸਾ ਆ ਜਾਂਦਾ ਹੈ, ਕੌਨਫੀਡੈਂਸ ਆ ਜਾਂਦਾ ਹੈ, ਫੇਥ ਆ ਜਾਂਦਾ ਹੈ, ਤਿਸ ਜਨ, ਉਸ ਜਨ ਨੂੰ, ਉਸ ਪਿਆਰੇ ਨੂੰ ਆਵੈ ਹਰ ਪ੍ਰਭ ਚੀਤ। ਕਿਉਂਕਿ ਗੁਰੂ ਨੇ ਕਿਹਾ ਵੀ ਅਕਾਲ ਪੁਰਖ ਨੂੰ ਹਮੇਸ਼ਾ ਹਮੇਸ਼ਾ ਯਾਦ ਕਰਨਾ ਹੈ। ਉਹਦੇ ਚਿੱਤ ਵਿੱਚ ਅਕਾਲ ਪੁਰਖ ਦੇ ਗੁਣ ਆ ਜਾਂਦੇ ਹਨ। ਰੱਬ ਨੂੰ ਯਾਦ ਕਰਨ ਦਾ ਤਰੀਕਾ ਹੀ ਕੀ ਹੈ? ਰੱਬ ਦੇ ਗੁਣ ਦੇਖੀ ਜਾਣੇ ਵੀ ਰੱਬ ਨੇ ਆਹ ਕੀਤਾ ਹੈ, ਰੱਬ ਬਖਸ਼ੰਦ ਹੈ, ਰੱਬ ਦਇਆਲੂ ਹੈ, ਰੱਬ ਮੇਰਾ ਰਖਵਾਲਾ ਹੈ, ਉਹ ਮੇਰੀ ਅਰਜ਼ੋਈ ਸੁਣਦਾ ਹੈ। ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਆਪਣੇ ਧਿਆਨ ਵਿੱਚ, ਚਿੱਤ ਵਿੱਚ ਲਿਆ ਕੇ ਗੁਰੂ ਕਹਿੰਦਾ ਹੈ ਗੁਣ ਕਹਿ ਗੁਣੀ ਸਮਾਵਣੀਆਂ। ਤਿਸ ਜਨ ਆਵੈ ਹਰ ਪ੍ਰਭ ਚੀਤ। ਤੇ ਜਿਹਦੇ ਚਿੱਤ ਵਿੱਚ ਅਕਾਲ ਪੁਰਖ ਆਂਦਾ ਹੈ, ਉਹ ਆਪਣਾ ਲਾਈਫ ਸਟਾਈਲ ਨਿਰਮਲ ਉਹਦੀ ਕਰਨੀ ਬਣ ਜਾਂਦੀ ਹੈ। ਫਿਰ ਭਗਤ ਸੁਣੀਏ ਤੇ ਲੋਏ। ਸਾਰੇ ਪਾਸੇ ਫਿਰ ਉਹ ਹੁੰਦਾ ਵੀ ਯਾਰ ਉਹ ਜਿਹੜਾ ਹੈ ਨਾ,
ਉਹ ਤੇ ਰੱਬ ਵਰਗਾ ਹੈ। ਸਾਰੇ ਉਹਨੂੰ ਭਗਤ ਜੀ ਭਗਤ ਜੀ ਭਗਤ ਜੀ ਕਹਿੰਦੇ ਹਨ ਵੀ ਇਹਦੀ ਲਾਈਫ ਜਿਹੜੀ ਹੈ ਨਾ ਪੂਰੇ ਗੁਰੂ ਦੇ ਆਸ਼ੇ ਅਨੁਸਾਰ ਚੱਲ ਰਹੀ ਹੈ। ਉਹਨੂੰ ਫਿਰ ਭਗਤ ਭਗਤ ਕਿਹਾ ਜਾਂਦਾ ਵੀ ਇਹ ਭਗਤੀ ਹੀ ਕਰ ਜਾਂਦਾ ਹੈ, ਭਗਤੀ ਹੀ ਕਰਦਾ ਰਹਿੰਦਾ ਹੈ। ਭਗਤ ਭਗਤ ਸੁਣੀਏ ਤਿਹਨ ਲੋਏ ਕਿਦੇ ਜਾ ਕੇ ਹਿਰਦੈ, ਹਿਰਦੇ ਨਹੀਂ ਹਿਰਦੈ ਇੱਕੋ ਸੋਏ। ਜਿਨੇ ਇੱਕ ਅਕਾਲ ਪੁਰਖ ਦੇ ਹੀ ਗੁਣ ਆਪਣੇ ਅੰਦਰ ਧਾਰੇ ਹਨ। ਉਹ ਅਕਾਲ ਪੁਰਖ ਨਿਰਭਉ ਹੈ, ਉਹ ਵੀ ਇੱਕ ਰੱਬ ਦੀ ਤਰ੍ਹਾਂ ਨਿਰਭਉ ਬਣ ਜਾਂਦਾ ਹੈ। ਉਹ ਨਿਰਵੈਰ ਹੈ, ਨਿਰਵੈਰ ਬਣ ਜਾਂਦਾ ਹੈ। ਉਹ ਅਕਾਲ ਮੂਰਤ ਹੈ, ਉਹ ਵੀ ਅਕਾਲ ਮੂਰਤ ਬਣਦਾ ਹੈ। ਅਜੂਨੀ ਹੈ, ਸਹਿਬੰਗ ਹੈ, ਸਾਰੇ ਗੁਣ ਆਪਣੇ ਅੰਦਰ ਇੱਕ ਦੇ ਲੈ ਆਉਂਦਾ ਹੈ ਤੇ ਉਹਨੂੰ ਫਿਰ ਕਹਿੰਦੇ ਨੇ ਵੀ ਇਹ ਤੇ ਭਗਤ ਹੈ। ਉਹਨੂੰ ਕਹਿੰਦੇ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਉਹਦੀ ਜਿਹੜੀ ਲਾਈਫ ਸਟਾਈਲ ਕੀ ਹੈ ਕਿ ਸੱਚ ਕਰਨੀ, ਸੱਚ ਤਾਕੀ ਰਹਿਤ। ਉਹਦੀ ਜਿਹੜੀ ਕਰਨੀ ਹੈ, ਉਹਦਾ ਜਿਹੜਾ ਕੰਮ ਹੈ, ਉਹਦਾ ਜਿਹੜਾ ਲਾਈਫ ਸਟਾਈਲ ਹੈ, ਉਹਦਾ ਜਿਹੜਾ ਆਚਰਣ ਹੈ, ਸੱਚ ਬਣ ਜਾਂਦਾ ਹੈ। ਸੱਚ ਕਰਨੀ, ਉਹਦਾ ਟਰੂਥਫੁਲ ਹੋ ਜਾਂਦੀ ਹੈ ਉਹਦੀ ਲਾਈਫ। ਕੋਈ ਝੂਠ ਨਹੀਂ ਰਹਿੰਦਾ, ਕੋਈ ਫਰੇਬ ਨਹੀਂ ਰਹਿੰਦਾ, ਕੋਈ ਔਗਣ ਨਹੀਂ ਰਹਿੰਦਾ ਉਹਦੀ ਜ਼ਿੰਦਗੀ ਵਿੱਚ। ਸੱਚ ਤਾਕੀ ਰਹਿਤ, ਉਹਦੇ ਅਸੂਲ ਵੀ, ਉਹਦੀ ਰਹਿਤ ਜਿਹੜੀ ਹੈਗੀ ਆ, ਕੋਡ ਆਫ ਕੰਡਕਟ ਹੈਗੇ ਆ, ਉਹ ਵੀ ਸੱਚ ਬਣ ਜਾਂਦੇ ਨੇ। ਝੂਠ ਨੂੰ ਹੁਣ ਕੋਈ ਥਾਂ ਨਹੀਂ ਹੈਗੀ ਉੱਥੇ। ਰਹਿਤ ਹਨ ਅਸੂਲ, ਥਿਊਰੀ, ਪਰ ਕਰਨੀ ਹੈ ਪ੍ਰੈਕਟੀਕਲ ਲਾਈਫ ਜੀਣਾ। ਸੋ ਉਸ ਇਨਸਾਨ ਦੀ ਸੱਚ ਕਰਨੀ, ਸੱਚ ਤਾਕੀ ਰਹਿਤ, ਉਹਦੇ ਹਿਰਦੇ ਦੇ ਵਿੱਚ ਵੀ ਫਿਰ ਸੱਚ ਹੀ ਰਹਿੰਦਾ ਹੈ। ਉਹਦੇ ਹਿਰਦੇ 'ਚ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਦਵੈਸ਼ ਸਾਰਾ ਕੁਝ ਚਲਾ ਜਾਂਦਾ ਹੈ। ਫਿਰ ਉਹਦੇ ਵਿੱਚ ਕੀ ਹੁੰਦਾ? ਸਤ, ਸੰਤੋਖ, ਦਇਆ, ਧੀਰਮ, ਧੀਰਜ, ਇਮਾਨਦਾਰੀ, ਪਰਉਪਕਾਰ, ਸਾਰੇ ਗੁਣ ਉਹਦੇ ਆ ਜਾਂਦੇ ਨੇ। ਸੱਚ ਆ ਜਾਂਦੇ, ਸੱਚ ਹਿਰਦਾ। ਇੱਥੇ ਫਿਰ ਅੱਗੇ ਸੱਚ ਮੁਖ ਕਹਿਤ ਨਹੀਂ ਹੈ, ਸਤ ਮੁਖ ਕਹਿਤ। ਜਿਹੜੇ ਮੂੰਹ ਚੋਂ ਜਿਹੜੇ ਬੋਲ ਬੋਲਦਾ ਹੈ, ਉਹ ਵੀ ਸੱਤੇ ਦੇ ਹੀ ਬੋਲਦਾ ਹੈ, ਸੱਚ ਦੇ ਹੀ ਬੋਲਦਾ ਹੈ, ਟਰੁਥਫੁਲ ਦੇ ਹੀ ਬੋਲਦਾ ਹੈ। ਉਹ ਸੱਚ ਹਿਰਦੈ, ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ। ਉਹਨੂੰ ਜੋ ਕੁਝ ਵੀ ਨਜ਼ਰ ਆਉਂਦਾ ਹੈ, ਸਾਚੀ ਦ੍ਰਿਸ਼ਟ, ਸਾਚਾ ਆਕਾਰ। ਉਹ ਜਦੋਂ ਸੱਚ ਦੇ ਖੰਡ ਵਿੱਚ ਚਲਾ ਜਾਂਦਾ ਹੈ, ਸੱਚ ਦੇ ਖੰਡ ਵਿੱਚ ਜਾ ਕੇ ਕੀ ਦੇਖਦਾ ਹੈ ਕਿ ਵਸੈ ਨਿਰੰਕਾਰ। ਹਰ ਪਾਸੇ ਨਿਰੰਕਾਰ ਹੀ ਨਿਰੰਕਾਰ ਹੈ। ਜਦੋਂ ਸੱਚ ਦੇ ਖੰਡ ਵਿੱਚ ਚਲੀ ਜਾਂਦੀ ਹੈ ਸੁਰਤ, ਉੱਥੇ ਕੀ ਨਜ਼ਰ ਆਉਂਦਾ ਕਿ ਵਸੈ ਨਿਰੰਕਾਰ। ਹਰ ਪਾਸੇ ਰੱਬ ਹੀ ਰੱਬ ਹੈ। ਸਾਚੀ ਦ੍ਰਿਸ਼ਟ, ਸਾਚਾ ਆਕਾਰ, ਸੱਚ ਵਰਤੈ, ਸਾਚਾ ਪਾਸਾਰ। ਬਸ ਉਹਨੂੰ ਸੱਚ ਹੀ ਵਰਤਦਾ ਨਜ਼ਰ ਆਉਂਦਾ ਹੈ, ਸੱਚ ਦਾ ਪਸਾਰ ਹੀ ਨਜ਼ਰ ਆਉਂਦਾ ਹੈ। ਸਭ ਰੱਬ ਦੇ ਹੀ ਗੁਣ, ਹਰ ਚੀਜ਼ 'ਚੋਂ ਰੱਬ ਦੇ ਹੀ ਗੁਣ ਪ੍ਰਗਟ ਹੁੰਦੇ ਪਏ ਹਨ ਉਸ ਨੂੰ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸਾਰਾ ਕੁਝ ਸੱਚ ਹੀ ਸੱਚ ਦੇਖਦਾ ਹੈ। ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਏ। ਜੋ ਦਿਸੇ ਸੋ ਤੇਰਾ ਰੂਪ, ਜੋ ਦਿਸੇ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਭ ਕੁਝ ਉਹੀ ਨਜ਼ਰ ਆ ਰਿਹਾ ਹੈ, ਉਹੀ ਨਜ਼ਰ ਆ ਰਿਹਾ ਹੈ। ਸੱਚ ਵਰਤੇ, ਸਾਚਾ ਪਸਾਰ। ਸੋ ਅਖੀਰਲੀਆਂ ਪੰਕਤੀਆਂ ਕਿ ਪਾਰ ਬ੍ਰਹਮ ਅਕਾਲ ਪੁਰਖ ਨੂੰ ਜਿਨ੍ਹਾਂ ਨੇ, ਜਿਨ ਨੰਨੇ ਨੂੰ ਸਿਹਾਰੀ ਹੈ ਵੀ ਇੱਕ ਵਚਨ ਹੈ। ਜੇ ਜਿਨ ਨੰਨਾ ਸਿਹਾਰੀ ਤੋਂ ਬਗੈਰ ਹੋਵੇ ਫਿਰ ਬਹੁ ਵਚਨ ਹੋ ਜਾਂਦੇ ਵੀ। ਜਿਸ ਕਿਸੇ ਨੇ ਵੀ ਪਾਰ ਬ੍ਰਹਮ ਨੂੰ ਸੱਚ ਕਰ ਜਾਤਾ, ਵੀ ਸੱਚ ਹੀ ਰੱਬ ਹੈ। ਰੱਬ ਸੱਚ ਨਹੀਂ, ਸੱਚ ਹੀ ਰੱਬ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਸੱਚ ਹੀ ਰੱਬ ਹੈ। ਨਾਨਕ ਕਹਿੰਦੇ ਹਨ ਸੋ ਜਨ, ਜਨ ਦੇ ਨੰਨੇ ਨੂੰ ਵੀ ਔਂਕੜਾ ਵੀ ਉਹ ਬੰਦਾ, ਉਹ ਜਨ, ਉਹ ਇਨਸਾਨ, ਉਹ ਪ੍ਰਾਣੀ, ਉਹ ਭਗਤ ਸੱਚ ਸਮਾਤਾ, ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣੀਆਂ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਉਹ ਰੱਬ ਦਾ ਹੀ ਰੂਪ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਦੋਂ ਭੱਟਾਂ ਨੇ ਦੇਖਿਆ, ਕਹਿੰਦੇ ਕਿ ਅਸੀਂ ਜੋ ਰੱਬ ਦੇ ਗੁਣ ਸੁਣੇ ਨੂੰ, ਸਾਰੇ ਗੁਣ ਤੁਹਾਡੇ ਵਿੱਚ ਹਨ। ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਛ ਹਿਰਦੈ ਗੁਰੂ ਅਰਜਨ ਕੇ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਪੂਰਨ ਬ੍ਰਹਮ ਦਾ ਨਿਵਾਸ ਹੈ ਉਹਨਾਂ ਦੇ ਅੰਦਰ, ਜਿਸ ਕੇ ਅੰਦਰ
पार ब्रह्म का निवास। पार ब्रह्म जिन सच कर जाता, नानक सो जन सच समाता। ਉਹ ਸੱਚ ਵਿੱਚ ਸਮਾ ਜਾਂਦਾ ਹੈ। ਆਓ ਭਾਈ ਅਸੀਂ ਵੀ ਅਕਾਲ ਪੁਰਖ ਦੇ ਗੁਣਾਂ ਨੂੰ ਗੁਰੂ ਦੇ ਕੋਲ ਆ ਕੇ ਆਪਣਾ ਮਨ ਵੇਚ ਕੇ ਲਈਏ ਤੇ ਜਾ ਕੇ ਸਿਮਰਨ ਉਧਰੀਏ। ਉਹਨਾਂ ਨੂੰ ਗੁਣਾਂ ਨੂੰ ਆਪਣੀ ਸਿਮਰਤੀ ਵਿੱਚ ਲੈ ਕੇ ਆਈਏ, ਨਾ ਸਾਡਾ ਉਧਾਰ ਹੋ ਜਾਏ ਤੇ ਅਸੀਂ ਵੀ ਰੱਬ ਵਰਗੇ ਹੀ ਹੋ ਜਾਈਏ। ਰੱਬ ਦੀ ਖੋਜ ਰੱਬ ਹੋਣ ਦੀ ਖੋਜ ਹੈ। ਸਾਰੇ ਗੁਣ ਸਾਡੇ ਅੰਦਰ ਹਨ। ਆਪਣੇ ਮਨ ਨੂੰ ਸਮਝਾਈਏ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰ ਸ਼ਬਦੀ ਰੰਗ ਮਾਣ। ਉਹਦੇ ਗੁਣ ਨੂੰ ਅਡਾਪਟ ਕਰਕੇ ਆਪਣੇ ਜੀਵਨ ਨੂੰ ਰੱਬ ਦੇ ਗੁਣਾਂ ਅਨੁਸਾਰ ਬਤਾਈਏ। ਬਹੁਤ ਸਾਰੀਆਂ ਭੁੱਲਾਂ ਵਾਸਤੇ ਖਿਮਾ ਦਾ ਜਾਚਕ ਹਾਂ ਜੀ, ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ